ਜਿੰਦਰ ਦਾ ਰੁਖ ਕਰਾਂਗੇ ਤਾਂ ਮਨਜਿੰਦਰ ਫਿਲਹਾਲ ਡਿਬਰੂਗੜ੍ਹ ਜੇਲ੍ਹ ਅੰਮ੍ਰਿਤਸਰ ਅੰਮ੍ਰਿਤਪਾਲ ਭੇਜਿਆ ਜਾ ਰਿਹਾ ਹੈ, ਲੇਕਿਨ ਗੁਰੂ ਘਰਾਂ ਦੇ ਵਿੱਚ ਸੁਰੱਖਿਆ ਵੀ ਹੈ। ਔਰ ਖਾਸ ਤੌਰ ਤੇ ਪਿੰਡ ਰੋਡੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਉੱਥੇ ਕੀ ਕੁਝ ਹਾਲਾਤ ਬਣੇ ਹੋਏ ਨੇ, ਕਿਉਂਕਿ ਆਈਜੀ ਨੇ ਵੀ ਇਹ ਪੁਸ਼ਟੀ ਕਰ ਦਿੱਤੀ ਹੈ ਕਿ ਅੱਜ ਸਵੇਰੇ 6:45 ਵਜੇ ਅੰਮ੍ਰਿਤਪਾਲ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ। मनजिंदर मेरी आवाज़ पहुंच रही है तुहाडे तक? जी बिल्कुल, सब तो पहला तस्वीर साफ करना चाहूँगा उस गुरुद्वारे से असीं मौजूद है कि जिथे 6:30 बजे के करीब जो अंमृतपाल नूं जिहड़ा कि पुलिस दे वल्लों अरैसट किया गया, इसे उही गुरुद्वारा जिथे दस्तारबंदी हुई सी। गुरदीप सिंह साडे संजोगी ने गलबात करांगे। हरदेव जी, की पूरा मामला की सी कि जो गुरुद्वारे दे विच कह पुलिस दे आईजी सुखचैन सिंह गिल दे वल्लों कहा गया कि साडे वल्लों जिहड़ी कि तैनाती वधाई कीती पुलिस की पूरा हैगी सच्चाई की है? ਅਸੀਂ ਜਦੋਂ ਮੋਗਾ ਦੇ ਵਿੱਚ ਇਸ ਰੋਡੇ ਪਿੰਡ ਦੇ ਪਹੁੰਚੇ, ਪਿੰਡਾਂ ਦਾ ਪਿੰਡ ਆ, ਖਾਸ ਜੱਦੀ ਪਿੰਡ ਆ, ਇਹ ਜਗ੍ਹਾ ਤੋਂ ਦਸਤਾਰਬੰਦੀ ਕੀਤੀ ਗਈ ਸੀ ਅੰਮ੍ਰਿਤਪਾਲ ਜੀ ਦੀ। ਅੰਮ੍ਰਿਤਪਾਲ ਨੇ ਜਦੋਂ ਇਸ ਜਗ੍ਹਾ ਤੇ ਪਹੁੰਚੇ ਤਾਂ ਕਰੀਬ 6:30 ਵਜੇ ਦੇ ਕਰੀਬ ਜਸਵੀਰ ਸਿੰਘ ਰੋਡੇ ਦੀ ਰਹਿਨਮਾਈ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇੱਥੇ ਅਸੀਂ ਪਹੁੰਚੇ ਸੀ। ਕੋਈ ਵੀ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ, ਸਿਰਫ 2-4 ਪੁਲਿਸ ਦੇ ਮੁਲਾਜ਼ਮ ਇੱਥੇ ਮੌਜੂਦ ਸੀ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਸਾਰੀਆਂ। ਸਭ ਤੋਂ ਪਹਿਲਾਂ ਸਕੂਜਲ ਦੇ ਲਿਵਿੰਗ ਇੰਡੀਆ ਦੇ ਦਿਖਾਈਆਂ ਗਈਆਂ ਤਸਵੀਰਾਂ ਉਸ ਜਗ੍ਹਾ ਦੇ ਜਿੱਥੇ ਅੰਮ੍ਰਿਤਪਾਲ ਬੈਠ ਕੇ ਜਿੱਥੇ ਪਾਠ ਕੀਤਾ ਗਿਆ ਸੀ। ਉਸ ਤੋਂ ਬਾਅਦ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਆ। ਸਭ ਤੋਂ ਪਹਿਲਾਂ ਅਸੀਂ ਇਸ ਜਗ੍ਹਾ ਤੇ ਪਹੁੰਚੇ ਸੀਗੇ। ਅੰਦਰਲੇ ਤਸਵੀਰਾਂ ਦਿਖਾਈਆਂ ਗਈਆਂ। ਫਿਲਹਾਲ ਗੁਰਦੁਆਰੇ ਜਾਣ ਤੋਂ ਮਨਾਹੀ ਕੀਤੀ ਗਈ ਹੈ, ਅੰਦਰਲੇ ਪਾਸੇ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਹੈਗਾ ਤੇ ਕਰੀਬ 6:30 ਦੇ ਕਰੀਬ ਜਿਹੜਾ ਕਿ ਗ੍ਰਿਫਤਾਰੀ ਹੋਈ ਆ ਤੇ ਉਸ ਤੋਂ ਬਾਅਦ ਇਹਨੂੰ ਬਠਿੰਡਾ ਲਿਜਾਇਆ ਗਿਆ। ਬਠਿੰਡਾ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ ਕਿਉਂਕਿ ਅੰਮ੍ਰਿਤਪਾਲ ਇੱਕ ਇਹ ਹੈਗਾ ਕਿ 35-36 ਦਿਨ ਕਿ ਅੰਮ੍ਰਿਤਪਾਲ ਆਖਰ ਦੇ ਵਿੱਚ ਇੱਥੇ ਰਹਿ ਰਿਹਾ ਸੀ। ਬਿਲਕੁਲ ਫਿਲਹਾਲ ਤੇ ਦੱਸਿਆ ਜਾ ਰਿਹਾ ਵੀ ਸੂਤਰਾਂ ਵੱਲ ਤੋਂ ਖਬਰ ਆ ਰਹੀ ਹੈ ਕਿ 12:30 ਦੇ ਵਿੱਚ ਜਸਵੀਰ ਸਿੰਘ ਰੋਡੇ ਜਿਹੜੇ ਕਿ ਇੱਥੇ ਮੁਖੀ ਆ ਉਹਨਾਂ ਨੂੰ ਫੋਨ ਆਇਆ ਸੀਗਾ, ਉਹਨਾਂ ਦੀ ਰਹਿਨਮਾਈ ਦੇ ਵਿੱਚ ਕਿ ਉਹਨਾਂ ਦੀ ਹਾਜ਼ਰੀ ਵਿੱਚ ਉਹਨੂੰ ਸਰੈਂਡਰ ਕੀਤਾ ਗਿਆ ਜੀ। ਪਰ ਜੋ ਪੁਲਿਸ ਕਹਿ ਰਿਹਾ ਕਿ ਸਾਡੇ ਵੱਲੋਂ ਤੈਨਾਤੀ ਵਧਾ ਦਿੱਤੀ ਗਈ ਸੀ, ਚਾਰੇ ਪਾਸੇ ਪੁਲਿਸ ਦੇ ਬਸ ਜਿਹੜੀ ਮਰਿਆਦਾ ਵਾ ਗੁਰਦੁਆਰੇ ਦੀ ਮਰਿਆਦਾ ਨੂੰ ਵੇਖਦੇ ਹੋਇਆ ਜਿਹੜੀ ਕਿ ਯੂਨੀਫਾਰਮ ਨਾਲ ਅਸੀਂ ਅੰਦਰ ਨਹੀਂ ਗਏ, ਉਹਨਾਂ ਦੀ ਵੇਟ ਕੀਤੀ ਯਾਰ ਕਿ ਇੱਕੋ ਰਸਤਾ ਹੈਗਾ ਸੀ ਭਾਈ ਅੰਮ੍ਰਿਤਪਾਲ ਦਾ ਬਾਹਰ ਆਉਂਦਾ। ਬਿਲਕੁਲ ਜੀ, ਇਸੇ ਰਾਸਤੇ ਤੋਂ ਸੀਰਤ ਤੁਸੀਂ ਦੇਖ ਸਕਦੇ ਹੋ। ਸੀਰਤ ਕਹਿਣ ਦਾ ਜਗ੍ਹਾ ਇਸ ਜਗ੍ਹਾ ਤੇ ਗੁਰਦੁਆਰੇ ਦੀ ਐਂਟਰੀ ਹੋਈ ਤੇ ਇਸੇ ਰਾਸਤੇ ਵਿੱਚ ਦੀ ਅੰਮ੍ਰਿਤਪਾਲ ਜਿਹੜੇ ਭਾਈ ਅੰਮ੍ਰਿਤਪਾਲ ਅੰਦਰ ਗਏ ਨੇ। ਉਸ ਤੋਂ ਪਾਠ ਕੀਤਾ ਗਿਆ ਤੇ ਸੰਗਤਾਂ ਨੂੰ ਸੰਬੋਧਨ, ਛੋਟੀ ਕੁਝ ਸੰਗਤਾਂ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੂੰ ਸੰਬੋਧਨ ਕਰਨ ਤੋਂ ਬਾਅਦ ਜਿਹੜਾ ਕਿ ਇਸ ਜਗ੍ਹਾ ਦੇ ਉੱਤੇ ਜੋ ਸਰੈਂਡਰ ਕੀਤਾ ਗਿਆ ਜਾਂ ਗ੍ਰਿਫਤਾਰ ਕੀਤਾ ਗਿਆ, ਪੁਲਿਸ ਪਕੜ ਕੇ ਉਹਨੂੰ ਲੈ ਗਈ। ਤੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਕਰੀਬ 7 ਵਜੇ ਦੇ ਕਰੀਬ ਅਸੀਂ ਪਹੁੰਚ ਚੁੱਕੇ ਸੀ ਇੱਥੇ, ਤਾਂ ਇਸ ਜਗ੍ਹਾ ਦੇ ਉੱਤੇ ਕੋਈ ਵੀ ਪੁਲਿਸ ਅਧਿਕਾਰੀ ਮੌਜੂਦ ਸਾਨੂੰ ਦਿਖਾਈ ਦਿੱਤੇ ਗਏ। ਉਸ ਤੋਂ ਪਹਿਲਾਂ ਨਾਕਾਬੰਦੀ ਕੀਤੀ ਹੈ, ਸਿਵਲ ਵਰਦੀ 'ਚ ਪਹੁੰਚਿਆ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਵਿੱਚ ਉਹ ਹੋਇਆ। ਇੱਕ ਚੀਜ਼ ਵੇਖਿਆ ਜਾਵੇ, ਜਦੋਂ ਤੁਸੀਂ ਅੰਮ੍ਰਿਤਪਾਲ ਨੂੰ ਦੇਖਿਆ ਕਿੱਦਾਂ ਦੀ ਬਾਡੀ ਲੈਂਗੁਏਜ ਸੀ, ਉਹਨਾਂ ਦੀ ਲੈਂਗੁਏਜ ਤੋਂ ਕਿੱਦਾਂ ਸੀ, ਚੱਲਣ ਦਾ ਸਟਾਈਲ ਕਿੱਦਾਂ ਦਾ ਸੀ? ਸਾਡੇ ਜਾਣ ਤੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀਗਾ। ਅਸੀਂ ਬਾਅਦ 'ਚ ਜੋ ਖਬਰਾਂ ਚੱਲੀਆਂ ਤਾਂ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਤਾਂ ਜਿਹੜੀਆਂ ਫੋਟੋਆਂ ਵਾਇਰਲ ਹੋ ਰਹੀਆਂ ਉਹ ਬਿਲਕੁਲ ਉਸੇ ਰੂਪ ਦੇ ਵਿੱਚ ਆ ਜਿਸ ਰੂਪ ਦੇ ਵਿੱਚ ਇਸੇ ਗੁਰਦੁਆਰਾ ਸਾਹਿਬ ਦਸਤਾਰਬੰਦੀ ਕੀਤੀ ਗਈ ਸੀ। ਲੱਗਦਾ ਕਿ ਜਿਹੜੀਆਂ ਪਹਿਲੀਆਂ ਵੀਡੀਓ ਵਾਇਰਲ ਹੋ ਰਹੀਆਂ ਸੀਸੀਟੀਵੀ ਜਿਹਦੇ ਵਿੱਚ ਪੈਂਟ ਸ਼ਰਟ ਨਾਲ ਪਗੜੀ ਨਾਲ ਦਿਖ ਰਹੇ ਸੀ, ਪਰ ਅੱਜ ਚੋਲੇ ਦੇ ਵਿੱਚ ਉਹ ਫਿਰ ਦੁਬਾਰਾ ਆ ਗਏ ਸਰ। ਬਿਲਕੁਲ ਉਸੇ ਰੂਪ ਦੇ ਵਿੱਚ, ਉਸੇ ਦਿਨ ਦਾੜੀ ਸੀ, ਦਾੜੀ ਕੱਟੀ ਨਹੀਂ ਦਿਖਾਈ ਦੇ ਰਹੀ ਸੀਗੀ। ਆਮ ਤੌਰ ਤੇ ਵੀਡੀਓ ਵਾਇਰਲ ਹੋਈ ਦਾੜੀ ਕੱਟੀ ਆ ਜਾਂ ਬਾਈਕ ਤੇ ਜਾ ਰਹੇ ਪਏ ਸੀਗੇ ਜਾਂ ਕਿ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਚੋਲਾ ਬਦਲ ਕੇ ਬਾਅਦ ਜੀਨ ਦੀ ਪੈਂਟ ਪਾ ਕੇ ਨਿਕਲੇ ਆ, ਪਰ ਉਸੇ ਹੀ ਲਿਵਾਜ ਦੇ ਵਿੱਚ, ਜਿਸ ਲਿਵਾਜ ਦੇ ਵਿੱਚ ਇਹ ਜਗ੍ਹਾ ਤੇ ਦਸਤਾਰਬੰਦੀ ਹੋਈ ਸੀ, ਉਸੇ ਲਿਵਾਜ ਦੇ ਵਿੱਚ ਅੰਮ੍ਰਿਤਪਾਲ ਜੀ ਨੂੰ ਜਿਹੜੀ ਪੁਲਿਸ ਤੋਂ ਗ੍ਰਿਫਤਾਰ ਕਰਕੇ ਲੈ ਗਏ ਜੀ। ਤੁਹਾਡੀ ਜਦੋਂ ਬਾਈਟ ਤੁਸੀਂ ਰੋੜਾ ਜੀ ਦੀ ਕੀਤੀ, ਉਹਨਾਂ ਨੇ ਕੀ ਕਿਹਾ ਤੁਹਾਨੂੰ ਕਿ ਕਿੰਨਾ ਚਿਰ ਭਾਈ ਅੰਮ੍ਰਿਤਪਾਲ ਅੰਦਰ ਬੈਠੇ ਰਹੇ? ਉਹਨਾਂ ਨੇ ਕਿਹਾ ਵੀ ਸਾਨੂੰ ਰਾਤ ਦੇ 12 ਵਜੇ ਕਰੀਬ ਜਿਹੜਾ ਪੁਲਿਸ ਨੂੰ ਫੋਨ ਆਇਆ ਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਜਿਹੜਾ ਇੱਥੇ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕਰਕੇ ਫਿਰ ਖੁੱਲ੍ਹ ਕੇ ਵੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ। ਨਾ ਹੀ ਕੋਈ ਪੁਲਿਸ ਦੇ ਅਧਿਕਾਰੀ ਬੋਲਣ ਲਈ ਉਸ ਟਾਈਮ ਤਿਆਰ ਸੀਗੇ, ਨਾ ਹੀ ਕਿ ਇੱਥੋਂ ਦੇ ਪਿੰਡ ਦੇ ਲੋਕ ਜਿਹੜੇ ਕੋਈ ਦੱਸ ਰਹੇ ਆ ਉਹ ਕੋਈ ਸ਼ਾਂਤਮਈ ਮਾਹੌਲ ਸੀ, ਕੁਝ ਵੀ ਇੱਥੇ ਨਹੀਂ ਸੀਗਾ। ਜੇ ਸਿਵਲ ਵਰਦੀ ਜਿਵੇਂ ਕਾਉਂਟਰ ਇੰਟੈਲੀਜੈਂਸ ਦੇ ਲੋਕ ਆਏ ਜਾਂ ਪੰਜਾਬ ਪੁਲਿਸ ਦੇ, ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ। 36 ਦਿਨਾਂ ਬਾਅਦ ਜਿਹੜਾ 36 ਦਾ ਆંકੜਾ ਕਿਹਾ ਜਾ ਸਕਦਾ ਵੀ 36 ਦਾ ਆંકੜਾ ਚੱਲ ਰਿਹਾ ਸੀਗਾ, ਆ 36 ਦਿਨਾਂ ਬਾਅਦ ਗ੍ਰਿਫਤਾਰੀ ਹੋਈ ਹੈ ਜੀ। ਲੱਗਦਾ ਕਿ ਅੰਮ੍ਰਿਤਪਾਲ ਦੇ ਵੱਲੋਂ ਹੋਰ ਵੀ ਕੋਈ ਸਟੇਟਮੈਂਟ ਦਿੱਤੀ ਗਈ ਇਸ ਗੁਰਦੁਆਰੇ ਦੇ ਵਿੱਚ? ਬਿਲਕੁਲ ਜੀ, ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦਾ ਕੀ ਕਹਿਣਾ, ਜੇ ਸਟੇਟਮੈਂਟ ਆਈ ਆ ਉਹਨਾਂ ਦਾ ਇਹੀ ਕਹਿਣਾ ਸੀਗਾ ਵੀ ਹਲੇ ਸ਼ੁਰੂਆਤ ਆ, ਸਾਡੇ ਤੇ ਝੂਠੇ ਪਰਚੇ ਪਾਏ ਗਏ ਆ, ਉਹਨਾਂ ਪਰਚਿਆਂ ਦੀ ਜਿਹੜੀ ਕਿ ਇਨਵੈਸਟਿੰਗ ਕੀਤੀ ਜਾਵੇ ਤੇ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਅਸੀਂ ਖੁਦ ਸਰੈਂਡਰ ਹੋਏ ਆ, ਜਿਹੜੀ ਉਹਦੀ ਬਾਅਦ ਦੇ ਵਿੱਚ ਇਨਵੈਸਟੀਗੇਟ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਜੀ। ਪਰ ਕੋਈ ਜਿਹਦਾ ਗੁਰਦੁਆਰੇ ਦੇ ਅੰਦਰ ਬੈ ਕੈਮਰਾ ਪਰਸਨ ਕਹੂੰਗਾ ਕੈਮਰਾ ਦਿਖਾ, ਸੀਸੀਟੀਵੀ ਕੈਮਰਾ ਲੱਗਾ, ਲੱਗਦਾ ਕਿ ਇਹਦੇ ਵਿੱਚ ਪਤਾ ਲੱਗ ਸਕਦਾ ਕਿ ਅੰਮ੍ਰਿਤਪਾਲ ਕਦੋਂ ਅੰਦਰ ਐਂਟਰ ਹੋਇਆ, ਕਿੰਨੇ ਨੌਜਵਾਨ ਸੀ ਉਹਨਾਂ ਦੇ ਨਾਲ? ਬਿਲਕੁਲ ਜੀ, ਇਹ ਜਗ੍ਹਾ ਤੋਂ ਪਤਾ ਲੱਗ ਸਕਦਾ, ਸੀਸੀਟੀਵੀ ਮਿਲ ਸਕਦੀ, ਪਰ ਗੁਰਦੁਆਰੇ ਦੀ ਮਰਿਆਦਾ ਮੁਤਾਬਕ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਜਾਣ ਤੋਂ ਬਿਲਕੁਲ ਮਨਾਹੀ ਕੀਤੀ ਗਈ ਹੈ, ਨਾ ਹੀ ਕਿਸੇ ਸੀਸੀਟੀਵੀ ਦਿੱਤੀ ਜਾ ਰਹੀ ਆ। ਜਦੋਂ ਪਹਿਲਾਂ ਲਿਵਿੰਗ ਇੰਡੀਆ ਟੀਮ ਪਹੁੰਚੀ ਸੀ, ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਲਿਵਿੰਗ ਟੀਮ ਪਹੁੰਚੀ ਆ, ਅਸੀਂ ਅੰਦਰ ਤੁਹਾਨੂੰ ਦ੍ਰਿਸ਼ ਵੀ ਦਿਖਾਏ ਗਏ ਸੀ। ਉਹ ਦ੍ਰਿਸ਼ਾਂ ਦੇ ਵਿੱਚ ਤੁਸੀਂ ਦੇਖਿਆ ਸੀ ਉਸੇ ਜਗ੍ਹਾ ਦਿਖਾਈ ਗਈ ਜਿੱਥੇ ਅੰਮ੍ਰਿਤਪਾਲ ਪਾਠ ਕਰ ਰਿਹਾ ਸੀਗਾ, ਉਹ ਪਾਠ ਦੀ ਜਗ੍ਹਾ ਦਿਖਾਈ, ਵਧੀਆ ਜਿਹਾ ਕੰਮ ਹੋਇਆ ਸੀ ਜੀ। ਪਰ ਪਿੰਡ ਵਾਸੀਆਂ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਆ ਕਿਉਂਕਿ ਉਹਨਾਂ ਨੂੰ ਕੋਈ ਜਾਣਕਾਰੀ ਹੈਗੀ ਸੀ ਅੰਮ੍ਰਿਤਪਾਲ ਇੱਥੇ ਰਹਿ ਰਿਹਾ? ਬਿਲਕੁਲ ਜੀ, ਪਿੰਡ ਵਾਸੀਆਂ ਦਾ ਕੋਈ ਵੀ ਕੈਮਰੇ ਮੂਹਰੇ ਆਉਣ ਲਈ ਪਹਿਲਾਂ ਤਾਂ ਕੋਈ ਤਿਆਰ ਨਹੀਂ ਸੀ ਜਗ੍ਹਾ ਦੇ ਉੱਤੇ। ਦੂਜੀ ਉਹਨੇ ਕਿਹਾ ਜੀ ਸਾਨੂੰ ਕੁਝ ਨਹੀਂ ਪਤਾ ਸੀਗਾ ਰਾਤ ਕੀ ਹੋਇਆ, ਤੇ ਸਵੇਰ ਜਦੋਂ ਪੁਲਿਸ ਆਈ ਤਾਂ ਗ੍ਰਿਫਤਾਰੀ ਲੈ ਕਰਕੇ ਅਸੀਂ ਟੀਵੀ ਵਿੱਚ ਹੀ ਦੇਖਿਆ ਕਿ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋ ਚੁੱਕੇ ਨੇ, ਇਹ ਜਿਹੜਾ ਸਰੈਂਡਰ ਕੀਤਾ। ਪਰ ਪਿੰਡ ਵਾਲਿਆਂ 'ਚ ਕੋਈ ਸ਼ਾਂਤਮਈ ਮਾਹੌਲ ਸੀਗਾ, ਕੋਈ ਵੀ ਇਸ ਤਰ੍ਹਾਂ ਦੀ ਨਹੀਂ ਮਾਹੌਲ ਸੀਗਾ। ਪਰ ਗੁਰਦੇਵ ਜੀ ਇੱਕ ਚੀਜ਼ ਹੋ ਰਿਹਾ, ਅੱਜ ਜਿੱਦਾਂ ਗੁਰਦੁਆਰਾ ਇਹਦੇ ਓਪੋਜਿਟ ਲੋਕਾਂ ਦੇ ਘਰ ਹੈਗੇ ਨੇ,
ਲੱਗਦਾ ਕਿ ਉਸ ਘਰ ਵਾਲਿਆਂ ਨਾਲ ਤੁਹਾਡੀ ਗੱਲਬਾਤ ਹੋਈ ਆ ਕਿ ਕੋਈ ਉਹ ਜਦੋਂ ਇੱਥੋਂ ਗੱਡੀਆਂ ਦੇ ਅੰਦਰ ਜਦੋਂ ਐਂਟਰ ਹੋਈਆਂ ਹੋਣਗੀਆਂ ਅੰਮ੍ਰਿਤਪਾਲ ਦੀਆਂ? ਇਹਨਾਂ ਦੇ ਜੇ ਗੱਡੀਆਂ ਸੀ ਬਿਲਕੁਲ ਇਸ ਜਗ੍ਹਾ ਤੇ ਨੋਵਾ ਗੱਡੀ ਕਹਿੰਦੇ ਦੱਸਿਆ ਜਾ ਰਿਹਾ ਵੀ ਖੜੀ ਸੀਗੀ, ਪਿੱਛੇ ਗੱਡੀਆਂ ਸੀ, ਇਸ ਤੋਂ ਬਾਅਦ ਐਂਟਰ ਹੋਏ, ਫਿਰ ਕਾਊਂਟਰ ਇੰਟੈਲੀਜੈਂਸ ਦੇ ਲੋਕ ਪਹੁੰਚੇ ਆ ਜਾਂ ਪੰਜਾਬ ਪੁਲਿਸ ਪਹੁੰਚੀ ਆ, ਇਸੇ ਅਰੈਸਟ ਜ਼ਰੂਰ ਕਰਕੇ ਲੈ ਗਏ। ਪਰ ਜਿਹੜੇ ਘਰ ਦੇ ਲੋਕ ਆ ਸਾਹਮਣੇ ਕਿਤੇ ਨਾ ਕਿਤੇ ਡਰ ਦਾ ਇੱਕ ਮਾਹੌਲ ਜ਼ਰੂਰ ਬਣਿਆ ਹੋਇਆ ਹੈ। ਘਰ ਦੇ ਲੋਕ ਕੋਈ ਵੀ ਬੋਲਣ ਨੂੰ ਤਿਆਰ ਨਹੀਂ, ਮਹੱਲੇ ਵਾਲੇ ਲੋਕ ਬੋਲਣ ਕਿਉਂ ਵਸਦਾ ਪਿੰਡ ਆ, ਬਿਲਕੁਲ ਪਿੰਡ ਆ, ਰੋਡੇ ਪਿੰਡ ਆ, ਸੰਤ ਜਰਨੈਲ ਸਿੰਘ ਪਿੰਡ ਆ, ਜਿੱਦੀ ਪਿੰਡ ਆ ਉਹੀ ਜੀ। ਲੋਕ ਹੈਗੇ ਨੇ ਜਦੋਂ ਦਸਤਾਰਬੰਦੀ ਹੋਈ ਸੀ ਸਾਰੇ ਇੱਥੇ ਐਂਟਰ ਸੀ। ਬਿਲਕੁਲ ਜੀ ਬਿਲਕੁਲ, ਇਸ ਜਗ੍ਹਾ ਤੇ ਮੌਜੂਦ ਸੀ, ਪੂਰਾ ਪਿੰਡ ਸੀਗਾ, ਪੂਰਾ ਪੰਜਾਬ ਇਸ ਜਗ੍ਹਾ ਦੇ ਉੱਤੇ ਐਂਟਰ ਸੀ, ਉਸ ਜਗ੍ਹਾ ਦੇ ਉੱਤੇ ਪੰਜਾਬ ਪੂਰਾ ਇਸ ਜਗ੍ਹਾ ਤੇ ਖੜਾ ਹੋਇਆ ਸੀਗਾ। ਤੇ ਆਏ ਸੀ ਪਹੁੰਚੇ ਲੋਕ, ਹੁਣ ਇਹੀ ਲੋਕ ਨੇ ਜਿਹੜੇ ਇੱਥੇ ਕਾਊਂਟਰ ਇੰਟੈਲੀਜੈਂਸ ਦੀ ਜੇ ਟੀਮਾਂ ਪਹੁੰਚੀ। ਪਿੰਡ ਵਾਸੀ ਹੈਗੇ ਨੇ, ਇਹਨਾਂ ਨੇ ਗੱਲਬਾਤ ਕਰ ਲੈਣੀ। ਭਾਈ ਸਾਹਿਬ ਤੁਸੀਂ ਇਸੇ ਪਿੰਡ ਦੇ ਹੋ? ਜੀ ਜੀ, ਕੀ ਨਾਮ ਹੈ? ਸੁਰਿੰਦਰ ਸਿੰਘ ਰਾਜਾ। ਸਰਿੰਦਰ ਸਿੰਘ ਜੀ, ਤੁਹਾਨੂੰ ਪਤਾ ਸੀ ਕਿ ਅੰਮ੍ਰਿਤਪਾਲ ਇੱਥੇ ਰਹਿ ਰਿਹਾ ਜਦੋਂ ਪਤਾ ਲੱਗਾ ਕਿ ਸਵੇਰੇ 6:30 ਵਜੇ ਇੱਥੇ ਪਹੁੰਚੇ ਸਨ? ਨਹੀਂ, ਇੱਥੇ ਤਕਰੀਬਨ ਕਿਸੇ ਨੂੰ ਨਹੀਂ ਪਤਾ ਸੀ, ਤੇ ਸਵੇਰ ਜਦੋਂ ਤਾਂ ਨਿਊਜ਼ ਚੱਲੀ ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਇੱਥੋਂ ਗ੍ਰਿਫਤਾਰੀ ਹੋਈ ਹੈ। ਪਰ ਤੁਸੀਂ ਮੱਥਾ ਟੇਕਣ ਤੇ ਆਉਂਦੇ ਹੋਗੇ? ਨਹੀਂ, ਅਸੀਂ ਤਾਂ ਕੰਮ ਕਰ ਵਾਢੀ ਦੀ ਰੁੱਤ ਸਵੇਰ ਕੰਮਾਂ ਕਾਰਾਂ 'ਚ ਲੱਗ ਜਾਈਦਾ ਤੇ ਲੇਟ ਹੀ ਆਈਦਾ ਮੱਥਾ ਟੇਕਣ। ਪਰ ਅੱਜ ਸਾਨੂੰ ਤਾਂ ਬਾਅਦ 'ਚ ਪਤਾ ਲੱਗਾ ਜੋ ਬਾਹਰੋਂ ਪਿੰਡਾਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਵੀ ਰੋਡੇ ਪਿੰਡ ਤੋਂ ਅੰਮ੍ਰਿਤਪਾਲ ਗ੍ਰਿਫਤਾਰ ਹੋਇਆ। ਪਰ ਫਿਰ ਸਾਨੂੰ ਪਤਾ ਨਿਊਜ਼ ਚੱਲੀ ਜਾਂਦੀ ਸੀ, ਫਿਰ ਪਤਾ ਲੱਗਾ ਵੀ ਇੱਥੋਂ ਗ੍ਰਿਫਤਾਰੀ ਹੋਈ। ਪੁਲਿਸ ਦੀ ਤੈਨਾਤੀ ਵਧਾਈ ਦਿੱਤੀ ਕਿ ਜਦੋਂ ਤੁਸੀਂ ਮਾਰਨਿੰਗ ਟਾਈਮ ਨਿਕਲੇ ਹੋਗੇ ਆਪਣੇ ਕਾਰੋਬਾਰ ਵਾਸਤੇ, ਉਦੋਂ ਕੋਈ ਪੁਲਿਸ ਵਗੈਰਾ ਲੱਗੀ ਸੀ ਗੁਰਦੁਆਰੇ? ਨਹੀਂ, ਕੋਈ ਪੁਲਿਸ ਨਹੀਂ ਸੀ। ਕੋਈ ਵੀ ਨਹੀਂ ਹੈਗੀ? ਨਹੀਂ, ਕੋਈ ਪੁਲਿਸ। ਬਿਲਕੁਲ ਜੀ, ਹੋਰ ਵੀ ਲੋਕ ਹੈਗੇ। ਹਾਂਜੀ, ਕੀ ਨਾਮ ਹੈ ਜੀ? ਨਹੀਂ, ਉਹਦੇ ਹੀ ਆ ਗਏ, ਉਹਦੇ ਹੀ ਮੁੜ ਗਏ, ਖੁਦ ਮੱਥਾ ਟੇਕ ਕੇ ਨਾਲ ਦੀ ਨਾਲ ਹੀ ਮੁੜ ਗਏ ਉਹ। ਅੱਛਾ, ਨਹੀਂ ਇਹ ਅੰਮ੍ਰਿਤਪਾਲ ਪਹਿਲਾਂ ਆ ਗਿਆ ਸੀ ਜਾਂ ਪੁਲਿਸ ਪਹਿਲਾਂ ਆਈ? ਇਕੱਠੇ ਹੀ ਸੀਗੇ ਸਾਰੇ। ਅੱਛਾ, ਸਾਰੇ ਇਕੱਠੇ ਗੱਡੀ ਗੁੱਡੀ ਤੇ ਆਏ? ਆ 5 ਗੱਡੀਆਂ ਸੀਗੀਆਂ, 2 ਮੂਰੇ ਸੀ, 2 ਮਗਰ ਸੀ, ਇੱਕ ਵਿਚਾਲੇ ਸੀ ਬਸ। ਪਰ ਪੁਲਿਸ ਤਾਂ ਕਹਿ ਰਹੀ ਹੈ ਕਿ ਪੁਲਿਸ ਬਹੁਤ ਤੈਨਾਤ ਕੀਤੀ ਗਈ ਸੀ ਸਾਡੇ ਵੱਲੋਂ, ਬੈਰੀਕੇਡ ਕੀਤੇ ਗਏ ਸੀ। ਕੁਛ ਨਹੀਂ ਸੀਗਾ, ਉਹੀ 4-5 ਗੱਡੀਆਂ ਹੀ ਤੁਸੀਂ ਸੀ। ਇੱਥੋਂ ਦੇ ਵਾਸੀ ਹੋ ਜੀ? ਹਾਂਜੀ ਹਾਂਜੀ, ਮੈਂ ਗੋਹਾ ਪੱਥੀ ਜਾਂਦੀ ਸੀ ਉਧਰ ਬਾਹਰ ਅੱਛਾ, ਤੁਸੀਂ ਸਾਹਮਣੇ ਸੀ ਉਦੋਂ? ਹਾਂਜੀ, ਗੱਡੀਆਂ ਕਿੰਨੀਆਂ ਆਈਆਂ ਸੀ? 5 ਗੱਡੀਆਂ ਸੀਗੀਆਂ। ਬਿਲਕੁਲ ਜੀ, ਇਹ ਲੋਕ ਕਹਿ ਰਹੇ ਨੇ ਕਿ ਜਿਹੜੇ ਮੌਜੂਦਾ ਸੀ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 5 ਗੱਡੀਆਂ ਸੀ, ਅੰਮ੍ਰਿਤਪਾਲ ਉਸੇ ਗੱਡੀ ਦੇ ਵਿੱਚੋਂ ਨਿਕਲਿਆ ਚੱਲਦੀ ਗੱਡੀ 'ਚ ਉਹ ਸੀਗੀਆਂ, 2 ਗੱਡੀਆਂ ਮਗਰ ਸੀ, 2 ਮੂਰੇ ਸੀਗੀਆਂ। ਤੇ ਪੁਲਿਸ ਵਰਦੀ ਪਾਈ ਸੀ ਪੁਲਿਸ? ਨਹੀਂ, ਸਿੰਗਲ ਸੀਗੇ। ਬਿਲਕੁਲ ਜੀ। ਗੁਰਦੇਵ ਜੀ, ਇਹ ਲੋਕ ਕਹਿ ਰਹੇ ਨੇ ਕਿ ਅਸੀਂ ਦੇਖਿਆ ਅੰਮ੍ਰਿਤਪਾਲ ਨੂੰ, ਇਹਨਾਂ ਬੀਬੀ ਜੀ ਦੇ ਵੱਲੋਂ ਵੇਖਿਆ ਗਿਆ ਤੇ ਇਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ 5 ਗੱਡੀਆਂ ਆਈਆਂ ਤੇ ਜਿਹੜੀ ਤੀਜੀ ਗੱਡੀ ਦੇ ਵਿੱਚ ਅੰਮ੍ਰਿਤਪਾਲ ਆਪ ਨਿਕਲ ਕੇ ਅੰਦਰ ਵਿਚਾਲੇ ਵਾਲੀ ਗੱਡੀ ਵਿੱਚ ਅੰਮ੍ਰਿਤਪਾਲ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਵੀ ਵਿਚਾਲੇ ਵਾਲੀ ਗੱਡੀ 'ਚ ਅੰਮ੍ਰਿਤਪਾਲ ਸੀਗਾ। 5 ਗੱਡੀਆਂ ਸੀ, ਗੁਰਦੁਆਰਾ ਸਾਹਿਬ ਮੱਥਾ ਜ਼ਰੂਰ ਟੇਕਿਆ ਏ। ਮੱਥਾ ਟੇਕਣ ਤੋਂ ਬਾਅਦ ਉਹਨਾਂ ਨੂੰ ਪੁਲਿਸ ਲੈ ਕੇ ਚਲੀ ਗਈ ਹੈ ਇਸ ਜਗ੍ਹਾ ਦੇ ਉੱਤੇ। ਜਿਵੇਂ ਪੰਜਾਬ ਪੁਲਿਸ ਕਹਿ ਰਹੀ ਆ ਵੀ ਬੈਰੀਕੇਡਿੰਗ ਕੀਤੀ ਗਈ, ਵੱਡੀ ਨਾਕਾਬੰਦੀ ਕੀਤੀ ਗਈ ਆ। ਪਿੰਡ ਵਾਸੀਆਂ ਦਾ ਇਹੀ ਕਹਿਣਾ ਕਿ ਇੱਥੇ ਕੋਈ ਨਾਕਾਬੰਦੀ, ਸਿਰਫ ਸਿਵਲ ਵਰਦੀ ਵਿੱਚ ਆਏ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਸੀ। ਗੁਰਦੁਆਰਾ ਸਾਹਿਬ ਮਰਿਆਦਾ ਨੂੰ ਭੰਗ ਨਾ ਹੋ ਪਾਵੇ, ਇਸ ਲਈ ਬਿਲਕੁਲ ਸ਼ਾਂਤਮਈ ਮਾਹੌਲ ਨਾਲ ਇਸ ਜਗ੍ਹਾ ਦੇ ਉੱਤੇ ਗ੍ਰਿਫਤਾਰ ਕਰਕੇ ਲੈ ਕੇ ਜੀ ਉਹਨਾਂ ਨੂੰ। ਬਿਲਕੁਲ ਜੀ, ਸਵਾਲਾਂ ਦੇ ਘੇਰੇ ਵਿੱਚ ਬੜਾ ਹੈ ਕਿਉਂਕਿ ਆਈਜੀ ਜੋ ਸੁਖਚੈਨ ਸਿੰਘ ਨੇ ਉਹਨਾਂ ਦੇ ਵੱਲੋਂ ਇੱਕ ਵਾਰਦਾਤ ਕੀਤੀ, ਪ੍ਰੈਸ ਵਾਰਦਾਤ ਕੀਤੀ ਗਈ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਸਾਡੇ ਵੱਲੋਂ ਪੁਲਿਸ ਦੀ ਤੈਨਾਤੀ ਵਧਾ ਦਿੱਤੀ ਗਈ ਸੀ। ਤੈਨਾਤੀ ਤੋਂ ਬਾਅਦ ਜਿਹੜੀ ਗੁਰਦੁਆਰੇ ਦੀ ਮਰਿਆਦਾ ਨੂੰ ਵੇਖਦੇ ਹੋਇਆ ਕੋਈ ਵੀ ਯੂਨੀਫਾਰਮ ਦਾ ਅਧਿਕਾਰੀ ਅੰਦਰ ਨਹੀਂ ਗਿਆ। ਪਰ ਜੋ ਪਿੰਡ ਵਾਸੀ ਕਹਿ ਰਹੇ ਨੇ ਉਹ ਸਹੀ ਆ ਜਾਂ ਜੋ ਆਫੀਸਰ ਕਹਿ ਰਹੇ ਉਹ ਸਹੀ ਹੈ, ਇਹ ਤਾਂ ਆਉਣ ਵਾਲਾ ਹੁਣ ਸਮਾਂ ਦੱਸੇਗਾ। ਕਿਉਂਕਿ ਕਿਹਾ ਜਾ ਰਿਹਾ ਕਿ ਇਸੇ ਰਸਤੇ ਥਾਣੀ ਜਿਹੜੀਆਂ 5 ਗੱਡੀਆਂ ਐਂਟਰ ਹੁੰਦੀਆਂ ਪੁਲਿਸ ਦੀਆਂ, ਕਿਉਂਕਿ ਲੱਗਦਾ ਕਿ ਜੇ ਅੰਮ੍ਰਿਤਪਾਲ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣਾ ਤਾਂ ਕਰਕੇ ਇਸੇ ਕਰਕੇ ਮੱਥਾ ਟੇਕਿਆ, ਕਿਉਂਕਿ ਸ਼ੁਰੂਆਤ ਉਹਨਾਂ ਦੀ ਇੱਥੋਂ ਗੁਰਦੁਆਰੇ ਦੇ ਵਿੱਚੋਂ ਹੋਈ ਸੀ। ਗੁਰਦੁਆਰਾ ਸੰਤ ਖਾਲਸਾ ਦੇ ਪਿੰਡਰਾਲੇ ਤੋਂ ਜਿਹੜੀ ਸ਼ੁਰੂਆਤ ਹੋਈ ਦਸਤਾਰਬੰਦੀ ਤੋਂ ਬਾਅਦ, ਉਹਨਾਂ ਦੇ ਵੱਲੋਂ ਕਾਫੀ ਜਿਹੜਾ ਇੱਥੋਂ ਕਿ ਉੱਥੇ ਇਕੱਠ ਕਾਫੀ ਹੁੰਦਾ ਸਿੱਖਾਂ ਦਾ। ਉਸ ਤੋਂ ਬਾਅਦ ਅੱਜ ਫੇਰ ਜਿਹੜੀ ਇੱਕ ਤਸਵੀਰ ਲੱਗ 6:30 ਵਜੇ ਦੀ ਜਿਹੜੀ ਸਾਹਮਣੇ ਆਉਂਦੀ ਆ ਕਿ ਜਿੱਥੇ ਇਸੇ ਗੁਰਦੁਆਰੇ ਦੇ ਵਿੱਚੋਂ ਉਹਨਾਂ ਦੇ ਵੱਲੋਂ ਸਪੀਚ ਦਿੱਤੀ ਜਾਂਦੀ ਆ, ਲੋਕਾਂ ਨੂੰ ਮਿਲਿਆ ਜਾਂਦਾ ਇੱਥੇ ਜੀ। ਬਿਲਕੁਲ, ਜ਼ਾਹਿਰ ਤੌਰ ਤੇ ਮਨਜਿੰਦਰ, ਇੱਥੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦਾ ਕੋਈ ਬਿਆਨ ਸਾਹਮਣੇ ਆਇਆ, ਗ੍ਰੰਥੀ ਸਾਹਿਬ ਦਾ ਕੋਈ ਬਿਆਨ ਸਾਹਮਣੇ ਆਇਆ? ਕਿਉਂਕਿ ਜਸਬੀਰ ਰੋਡੇ ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਦੇਰ ਰਾਤ ਜਾਣਕਾਰੀ ਮਿਲ ਚੁੱਕੀ ਸੀ, ਉਹ ਸਵੇਰੇ 4 ਵਜੇ ਤੇ ਪਹੁੰਚਦੇ ਨੇ, ਉਸ ਤੋਂ ਪਹਿਲਾਂ ਅੰਮ੍ਰਿਤਪਾਲ ਮੌਜੂਦ ਸੀ। ਹੁਣ ਪਿੰਡ ਵਾਸੀ ਕੁਝ ਹੋਰ ਕਹਿ ਰਹੇ ਨੇ, ਆਈਜੀ ਕਹਿ ਰਹੇ ਨੇ ਕਿ ਅਸੀਂ ਪੂਰਾ ਘੇਰਾਬੰਦੀ ਕੀਤੀ ਸੀ ਪਿੰਡ ਦੇ, ਔਰ ਉਸ ਤੋਂ ਬਾਅਦ ਜਦੋਂ ਮੱਥਾ ਟੇਕ ਕੇ ਬਾਹਰ ਆਇਆ ਉਦੋਂ ਗ੍ਰਿਫਤਾਰ ਕੀਤਾ। ਅੰਮ੍ਰਿਤਪਾਲ ਆਪਣੀ ਵੀਡੀਓ ਵਿੱਚ ਕਹਿ ਰਹੇ ਕਿ ਉਸਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ। ਤਾਂ ਜ਼ਾਹਿਰ ਤੌਰ ਤੇ ਹੋਇਆ ਕੀ ਹੈ ਇੱਥੇ ਐਗਜ਼ੈਕਟ, ਇਸ ਬਾਰੇ ਕੋਈ ਹੋਰ ਜਾਣਕਾਰੀ ਮਿਲ ਪਾ ਰਹੀ ਹੈ? ਗੁਰਦੁਆਰਾ ਕਮੇਟੀ ਦੇ ਮੈਂਬਰ ਕੀ ਕਹਿ ਰਹੇ ਨੇ? ਬਿਲਕੁਲ ਜੀ, ਕਮੇਟੀ ਦੇ ਮੈਂਬਰ ਸਾਡੇ ਸੰਯੋਗੀ ਨੇ ਗੱਲਬਾਤ ਜੋ ਤੁਹਾਡੀ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਫਿਰ ਕੀ ਕਿਹਾ? ਜਸਵੀਰ ਸਿੰਘ ਰੋਡੇ ਜਿਹੜੀ ਕਮੇਟੀ ਦੇ ਇੱਥੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦਾ, ਉਹਨਾਂ ਦਾ ਬਾਈਟ ਕੀਤੀ ਗਈ, ਉਹਨਾਂ ਨੂੰ ਇੰਟਰਵਿਊ ਦਿੱਤੀ ਗਈ। ਉਹਨਾਂ ਦਾ ਇਹੀ ਕਹਿਣਾ ਸੀਗਾ ਵੀ ਰਾਤ 12 ਦੇ ਕਰੀਬ ਮੈਨੂੰ ਫੋਨ ਆਇਆ ਸੀਗਾ। ਉਸ ਤੋਂ ਬਾਅਦ ਅਸੀਂ ਜਿਹੜਾ ਇਸ ਜਗ੍ਹਾ ਤੇ ਪਹੁੰਚੇ ਆ ਤੇ ਜਿਹੜੇ ਲੋਕ ਦੱਸ ਰਹੇ ਆ, ਪਬਲਿਕ ਦੇ ਲੋਕ ਦੱਸ ਰਹੇ ਆ ਵੀ 5 ਗੱਡੀਆਂ ਆਈਆਂ ਜੀ, ਵਿਚਾਲੀ ਗੱਡੀ ਵਿੱਚ ਅੰਮ੍ਰਿਤਪਾਲ ਬੈਠਾ ਹੋਇਆ ਸੀਗਾ ਤੇ ਮੱਥਾ ਟੇਕੇ ਵਾਪਸ ਚਲੇ ਗਏ। ਕੋਈ ਇਸ ਤਰ੍ਹਾਂ ਮਾਹੌਲ ਨਹੀਂ। ਇਸ ਤੋਂ ਕਈ ਸਵਾਲ ਖੜੇ ਹੁੰਦੇ ਆ। ਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਬਹਿ ਕੇ ਸੰਬੋਧਨ ਕਰਦੇ ਪਏ ਸੰਗਤਾਂ ਨੂੰ, ਉਹ ਦੱਸਦੇ ਪਏ ਕਿ ਤੁਸੀਂ ਮੇਰਾ ਬਹੁਤ ਸਾਥ ਦਿੱਤਾ, ਮੈਂ ਚੜ੍ਹਦੀ ਕਲਾ ਦੇ ਵਿੱਚ ਹੈਗਾ ਸੀ।
ਤੇ ਅਸੀਂ ਜਦੋਂ ਸਵੇਰ ਪਹੁੰਚੇ ਜਗ੍ਹਾ ਤੇ ਗੁਰਦੁਆਰਾ ਸਾਹਿਬ ਦਾ ਬਿਲਕੁਲ ਗੇਟ ਖੁੱਲਾ ਹੋਇਆ ਸੀਗਾ। ਅਸੀਂ ਉਹ ਜਗ੍ਹਾ ਵੀ ਦਿਖਾਈ ਕੈਮਰੇ 'ਚ ਲਿਵਿੰਗ ਦੀਆਂ ਸਕੂਲ ਸ਼ਾਟ ਦਿਖਾਏ ਗਏ ਸੀਗੇ ਵੀ ਇਸ ਜਗ੍ਹਾ ਦੇ ਉੱਤੇ ਉਹ ਪਾਠ ਕਰਕੇ ਉਹਨਾਂ ਸੰਬੋਧਨ ਕਰਕੇ ਚਲੇ ਗਏ ਉੱਥੇ। ਉਸ ਟਾਈਮ 5 ਮਿੰਟ ਮੱਥਾ ਟੇਕਿਆ, 10 ਮਿੰਟ ਮੱਥਾ ਟੇਕਿਆ, ਸੰਬੋਧਨ ਵੀ ਕੀਤਾ। ਜੇ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਏ ਤਾਂ ਗੁਰੂ ਮਰਿਆਦਾ ਨੂੰ ਦੇਖਦੇ ਹੋਏ ਪੁਲਿਸ ਤਾਂ ਸਿਵਲ ਵਰਦੀ ਵਿੱਚ ਆਈ ਸੀ ਇੱਥੇ, ਪਰ ਫਿਰ ਹਾਲ ਜਿਹੜਾ ਕਿ ਮੱਥਾ ਟੇਕਣ ਤੋਂ ਬਾਅਦ ਨਾਲ ਹੀ ਚਲੇ ਗਏ ਉਹਨਾਂ ਦੇ। ਹੁਣ ਕਈ ਸਵਾਲ ਖੜੇ ਹੁੰਦੇ ਆ ਵੀ ਪੁਲਿਸ ਪਹਿਲਾਂ ਸੀਗੇ ਜਾਂ ਇੱਥੇ ਸੀ, ਇਹ ਤਾਂ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਰਹੇਗਾ। ਲੱਗਦਾ ਕਿ ਜਾਂਚ ਹੋਵੇਗੀ ਤਾਂ ਉਸ ਤੋਂ ਪਤਾ ਲੱਗੇਗੀ ਕਿ ਪੁਲਿਸ ਸਹੀ ਹੈ ਜਾਂ ਪਿੰਡ ਵਾਸੀ ਜਾਂ ਅੰਮ੍ਰਿਤਪਾਲ ਸਹੀ ਹੈ। ਬਿਲਕੁਲ ਜੀ, ਵੀ ਪਰਿਵਾਰ ਵਾਲਿਆਂ ਦਾ ਸਾਹਮਣੇ ਘਰ ਤੁਸੀਂ ਆਪ ਗੱਲਬਾਤ ਵੀ ਕੀਤੀ, ਅਸੀਂ ਵੀ ਕੀਤੀ ਆ। ਉਹ ਤਾਂ ਇਹੀ ਕਹਿਣਾ ਸੀ ਕਿ 5 ਗੱਡੀਆਂ ਜੀ, ਇੱਕ ਗੱਡੀ 'ਚ ਅੰਮ੍ਰਿਤਪਾਲ ਬੈਠੇ ਜੋ ਗੱਡੀਆਂ ਆਈਆਂ ਬਿਲਕੁਲ ਜ਼ਾਹਿਰ ਤੌਰ ਤੇ ਤਾਂ ਬਹੁਤ ਸਾਰੇ ਸਵਾਲ ਤਾਂ ਹੀ ਖੜੇ ਹੋ ਰਹੇ ਨੇ ਕਿ ਆਖਰਕਾਰ ਗ੍ਰਿਫਤਾਰੀ ਹੋਈ ਹੈ ਜਾਂ ਪਹਿਲਾਂ ਹੀ ਉਸਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ ਸੀ, ਕਿਉਂਕਿ ਪਿੰਡ ਵਾਸੀ ਕੁਝ ਹੋਰ ਕਹਿ ਰਹੇ ਨੇ, ਗੁਰਦੁਆਰਾ ਕਮੇਟੀ ਮੈਂਬਰ ਕਹਿ ਰਹੇ ਨੇ ਕਿ ਦੇਰ ਰਾਤ ਤੋਂ ਹੀ ਜਾਣਕਾਰੀ ਸੀ ਔਰ ਪੁਲਿਸ ਇਹ ਦਾਅਵਾ ਕਰ ਰਹੀ ਕਿ ਘੇਰਾਬੰਦੀ ਕਰਕੇ ਗ੍ਰਿਫਤਾਰ ਅੰਮ੍ਰਿਤਪਾਲ ਨੂੰ ਕੀਤਾ ਗਿਆ। ਦਮਨ ਸਾਡੇ ਸਹਿਯੋਗੀ ਵੀ ਬਣੇ ਹੋਏ ਨੇ। ਤਾਂ ਦਮਨ, ਜਿਸ ਤਰ੍ਹਾਂ ਦੇ ਨਾਲ ਹਿਰਾਸਤ ਵਿੱਚ ਤਾਂ ਪੁਲਿਸ ਨੇ ਲੈ ਲਿਆ, ਡਿਬਰੂਗੜ੍ਹ ਜੇਲ੍ਹ ਸ਼ਿਫਟ ਕੀਤਾ ਜਾ ਰਿਹਾ, ਪਰ ਗ੍ਰਿਫਤਾਰੀ ਹੋਈ ਹੈ, ਆਤਮ ਸਮਰਪਣ ਹੋਇਆ, ਇਹ ਜ਼ਰੂਰ ਇੱਕ ਵੱਡਾ ਸਵਾਲ ਬਣਿਆ ਹੋਇਆ, ਕਿਉਂਕਿ ਪਿੰਡ ਵਾਸੀ ਕੁਝ ਹੋਰ ਕਹਿ ਰਹੇ ਨੇ, ਆਈਜੀ ਕਹਿ ਰਹੇ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਉਸ ਤੋਂ ਬਾਅਦ ਗ੍ਰਿਫਤਾਰੀ ਕੀਤੀ ਹੈ। ਬਿਲकुल देखो स्वाति हिरासत ਦੇ ਵਿੱਚ ਤੇ ਅੰਮ੍ਰਿਤਪਾਲ ਨੂੰ ਲੈ ਲਿੱਤਾ ਗਿਆ, ਲੇਕਿਨ ਜੋ ਚੀਜ਼ਾਂ ਸਮਝਣ ਵਾਲੀਆਂ ਤੇ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇੱਕ ਪਿਕਚਰ ਦਾ ਸੀਨ ਹੁੰਦਾ, ਜਿਵੇਂ ਕਿ ਜਦੋਂ ਸ਼ਾਹਕੋਟ ਤੋਂ ਪੁਲਿਸ ਪਿੱਛੇ ਲੱਗਦੀ ਹੈ, ਉਸ ਤੋਂ ਬਾਅਦ ਜਲੰਧਰ ਆਉਂਦੇ ਨੇ, ਜਲੰਧਰ ਤੋਂ ਲੁਧਿਆਣਾ ਆਉਂਦੇ ਨੇ, ਲੁਧਿਆਣਾ ਤੋਂ ਫਿਰ ਪਟਿਆਲਾ, ਪਟਿਆਲਾ ਤੋਂ ਸ਼ਾਹਬਾਦ ਤੋਂ ਫਿਰ ਜਿਹੜਾ ਦਿੱਲੀ ਦੇ ਵੱਲ ਨਜ਼ਰ ਆਉਂਦੇ ਨੇ, ਔਰ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਇਨਪੁਟ ਮਿਲਦੀ ਹੈ, ਜਿਸ ਦੇ ਪਿੱਛੇ ਪੁਲਿਸ ਪਈ ਹੋਵੇ ਉੱਤੇ ਅਗਲੇ ਪਾਸੇ ਭੱਜਦਾ, ਨਾ ਕਿ ਪਿੱਛੇ ਵਾਲੇ ਪਾਸੇ ਕਿ ਜਿੱਥੋਂ ਘੇਰਾਬੰਦੀ ਹੋਈ ਸੀ, ਕਿਉਂਕਿ ਪੰਜਾਬ ਦੇ ਵਿੱਚ ਤੇ ਪਹਿਲਾਂ ਹੀ ਹਾਈ ਅਲਰਟ ਸੀਗਾ। ਲੇਕਿਨ ਵਾਪਸ ਅੰਮ੍ਰਿਤਪਾਲ ਤੇ ਅੰਮ੍ਰਿਤਪਾਲ ਦੇ ਸਾਥੀ ਦਾ ਪੰਜਾਬ ਦੇ ਵਿੱਚ ਆਉਣਾ, ਦੇਖੋ ਜਦੋਂ ਇਹ ਚਰਚਾਵਾਂ ਛਿੜੀਆਂ ਸੀ ਤੇ ਅੰਮ੍ਰਿਤਪਾਲ ਦੇ ਸਮਰਥਕਾਂ ਦੇ ਵੱਲੋਂ ਇਹ ਖਰਚਾ ਸੀਗਾ ਕਿ ਅਸੀਂ ਤੇ ਪਹਿਲਾਂ ਹੀ ਕਹਿ ਰਹੇ ਸੀ ਕਿ ਅੰਮ੍ਰਿਤਪਾਲ ਤੇ ਪੱਪਲਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ, ਲੇਕਿਨ ਜਦੋਂ ਹੁਣ ਉਹ ਕਿਤੇ ਨਾ ਕਿਤੇ ਮੋਹਰਾਂ ਜਿਹੜੀਆਂ ਨੇ ਉਹ ਗਿਰਦੀਆਂ ਜ਼ਰੂਰ ਨਜ਼ਰ ਆਈਆਂ ਹੋਣਗੀਆਂ, ਕਿਉਂਕਿ ਅੰਮ੍ਰਿਤਪਾਲ ਹੁਣ ਖੁਦ ਮੰਨ ਗਏ ਨੇ, ਖੁਦ ਦੇ ਸਟੇਜ ਦੇ ਉੱਪਰ ਬੈਠ ਕੇ ਜਿਹੜੀ ਆ ਉਹ ਚੀਜ਼ ਕਹੀ ਹੈ। ਇਸ ਵੀਡੀਓ ਇਹ ਸਾਫ਼ ਸਬੂਤ ਹੈਗਾ ਕਿ ਮੈਂ ਇੰਨੇ ਦਿਨ ਤੋਂ ਬਾਹਰ ਰਹਿਣਾ, 1 ਮਹੀਨੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਹਿਣਾ, ਐਡੇ ਪਹਿਰੇ ਚੋਂ ਬਾਹਰ ਨਿਕਲ ਜਾਣਾ, ਇਹ ਸਾਫ਼ ਸਪਸ਼ਟ ਜਿਹੜੀਆਂ ਉਹ ਚੀਜ਼ਾਂ ਕੀਤੀਆਂ ਨੇ। ਇਹ ਸਪਸ਼ਟ ਉਹ ਵੀ ਕਰਦੇ ਨੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਕੋਈ ਕਹਿੰਦਾ ਸੀ ਕਿ ਰੇੜੇ ਤੇ ਐਵੇਂ ਥੋੜ੍ਹਾ ਜਾਊਗਾ, ਕੋਈ ਕਹਿੰਦਾ ਸੀ ਮੋਟਰਸਾਈਕਲ ਤੇ ਐਵੇਂ ਥੋੜ੍ਹਾ ਜਾਊਗਾ, ਕੋਈ ਕਹਿੰਦਾ ਸੀ ਗੱਡੀ ਦੇ ਵਿੱਚ ਕੱਪੜੇ ਬਦਲ ਕੇ ਐਵੇਂ ਥੋੜ੍ਹਾ ਜਾਊਗਾ, ਲੇਕਿਨ ਅੱਜ ਅੰਮ੍ਰਿਤਪਾਲ ਦੀ ਉਸ ਸਪੀਚ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈਗਾ। ਜਿਹੜੀ ਚੀਜ਼ ਉਸਨੇ ਆਪਣੇ ਸਟੇਜ ਦੇ ਉੱਪਰ ਬੈਠ ਕੇ, ਉਸ ਗੁਰੂ ਸਥਾਨ ਦੇ ਉੱਪਰ ਬੈਠ ਕੇ ਕਹੀ ਹੈਗੀ ਹੈ ਕਿ ਇੰਨੀ ਗ੍ਰਿਫਤ ਤੋਂ ਬਾਹਰ ਨਿਕਲ ਜਾਣਾ, ਇੰਨੀ ਪੁਲਿਸ ਨੂੰ ਚਕਮਾ ਦੇ ਜਾਣਾ, ਇਹ ਵੀ ਕੋਈ ਸੰਗਤਾਂ ਦਾ ਆਸ਼ੀਰਵਾਦ ਸੀਗਾ, ਗੁਰੂਆਂ ਦਾ ਆਸ਼ੀਰਵਾਦ ਸੀਗਾ। ਯਾਨੀ ਕਿ ਉਹਨਾਂ ਨੇ ਇਹ ਚੀਜ਼ ਮੰਨੀ ਜ਼ਰੂਰ ਹੈਗੀ ਹੈ ਕਿ ਉਹ ਪੁਲਿਸ ਤੋਂ ਭੱਜ ਰਹੇ ਸੀ, ਉਸਦਾ ਕਿਹੜੀਆਂ ਕਿਉਂਕਿ ਜ਼ਿਕਰ ਉਹਨਾਂ ਤਸਵੀਰਾਂ ਦਾ ਵੀ ਕਰਨਾ ਬਹੁਤ ਜ਼ਰੂਰੀ ਹੈਗਾ, ਗੱਡੀਆਂ ਬਦਲਣ ਦਾ ਵੀ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈਗਾ, ਹੁਲੀਏ ਦਾ ਬਦਲਣਾ ਵੀ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈਗਾ। ਇਹ तमाम ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਸ ਨੂੰ ਸਮਝਣਾ ਦਾ ਬਹੁਤ ਜ਼ਰੂਰੀ ਹੈਗਾ। ਔਰ ਉਸ ਤੋਂ ਬਾਅਦ ਕਿ ਅੰਮ੍ਰਿਤਸਰ ਦੇ ਦਿਹਾਤੀ ਏਰੀਏ ਤੋਂ ਜਿਹੜੀ ਹੈ ਕੱਥੂ ਨੰਗਲ ਤੋਂ ਗ੍ਰਿਫਤਾਰੀ ਪੱਪਲਪ੍ਰੀਤ ਦੀ ਹੁੰਦੀ ਹੈ। ਪੱਪਲਪ੍ਰੀਤ ਕਹਿੰਦਾ ਕਿ ਪੁਲਿਸ ਜੋ ਕਹਿ ਰਹੀ ਹੈ ਉਹ ਸਹੀ ਹੈ ਕਿ ਮੇਰੀ ਗ੍ਰਿਫਤਾਰੀ ਅੱਜ ਹੋਈ ਹੈ, ਅੰਮ੍ਰਿਤਪਾਲ ਕਿੱਥੇ ਮੈਨੂੰ ਨਹੀਂ ਪਤਾ। ਉਸ ਤੋਂ ਬਾਅਦ ਮੋਗੇ ਦੇ ਵਿੱਚ, ਰੋਡੇ ਪਿੰਡ ਦੇ ਵਿੱਚ ਔਰ ਕਮੇਟੀ ਦੇ ਮੈਂਬਰ ਜਿਸ ਤਰੀਕੇ ਦੇ ਨਾਲ ਬਿਆਨ ਕਰ ਰਹੇ ਨੇ ਕਿ ਸਾਨੂੰ ਜਿਹੜੀ ਕਾਲ ਆਉਂਦੀ ਹੈ, ਜਸਬੀਰ ਸਿੰਘ ਰੋਡੇ ਜਿਸ ਤਰੀਕੇ ਨਾਲ ਜ਼ਿਕਰ ਕਰ ਰਹੇ ਨੇ ਕਿ ਮੇਰੇ ਕੋਲ ਕਾਲ, ਮੈਨੂੰ ਪਤਾ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਸਵੇਰੇ ਜਿਹੜਾ ਆਤਮ ਸਮਰਪਣ ਕਰਨਾ, ਔਰ ਮੈਂ ਜਦੋਂ 4 ਤੋਂ 5 ਵਜੇ ਦੇ ਕਰੀਬ ਉੱਥੇ ਪਹੁੰਚਦਾ ਤੇ ਅੰਮ੍ਰਿਤਪਾਲ ਗੁਰਦੁਆਰੇ ਦੇ ਵਿੱਚ ਮੌਜੂਦ ਹੁੰਦੇ ਨੇ। ਇਹ ਇੱਕ ਵੱਡੀ ਗੱਲ। ਉਸ ਤੋਂ ਬਾਅਦ ਜਦੋਂ ਹੁਣ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕੀਤੀ, ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਨਵੇਂ ਰਾਜ ਖੋਲਤੇ ਕਿ ਇਨਪੁਟ ਸੀਗੀਆਂ, ਇਨਪੁਟ ਪਿਛਲੇ 36 ਦਿਨਾਂ ਤੋਂ ਚੱਲ ਰਹੀਆਂ ਸੀਗੀਆਂ, ਜਿਸ ਦੇ ਕਰਕੇ ਆਪਰੇਸ਼ਨ ਜਿਹੜੇ ਨੇ ਉਹ ਵੇਖਣ ਨੂੰ ਮਿਲ ਰਹੇ ਸੀਗੇ, ਔਰ ਉਸ ਇਨਪੁਟ ਦੇ ਤਹਿਤ ਸਾਨੂੰ ਇਹ ਪਤਾ ਸੀ ਕਿ ਇਹ ਗੁਰਦੁਆਰੇ ਦੇ ਵਿੱਚ ਮੌਜੂਦ ਹੈ, ਲੇਕਿਨ ਗੁਰਦੁਆਰੇ ਦੀ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਸ ਤਰੀਕੇ ਦਾ ਐਕਸ਼ਨ ਜਾਂ ਇਸ ਤਰੀਕੇ ਦਾ ਮਾਹੌਲ ਨਹੀਂ ਬਣਾਉਣਾ ਚਾਹੁੰਦੇ ਸੀ। ਲੇਕਿਨ ਅੰਮ੍ਰਿਤਪਾਲ ਨੂੰ ਇਸ ਚੀਜ਼ ਦਾ ਖਰਚਾ ਹੋ ਗਿਆ ਸੀ ਕਿ ਮੈਨੂੰ ਘੇਰਾ ਪੈ ਚੁੱਕਾ ਚਾਰੋਂ ਤਰਫ। ਇਹ ਪੁਲਿਸ ਦਾ ਬਿਆਨ ਹੈਗਾ, ਜੋ ਮੈਂ ਇੱਕ ਵਾਰ ਫਿਰ ਉਹਨਾਂ ਤੋਂ ਸਵਾਲ ਕੀਤਾ ਕਿ ਇਸ ਚੀਜ਼ ਦੇ ਉੱਪਰ ਤੁਸੀਂ ਕੀ ਕਹਿੰਦੇ ਹੋ, ਕਿਉਂਕਿ ਜਿਸ ਤਰੀਕੇ ਦੇ ਨਾਲ ਜਸਬੀਰ ਰੋਡੇ ਕਹਿ ਰਹੇ ਨੇ, ਜਿਸ ਤਰੀਕੇ ਦੇ ਨਾਲ ਉੱਥੇ ਦੀ ਸੰਗਤ ਕਹਿ ਰਹੀ ਹੈ ਕਿ ਅੰਮ੍ਰਿਤਪਾਲ ਨੇ ਜਿਹੜਾ ਉਹ ਆਤਮ ਸਮਰਪਣ ਕੀਤਾ, ਤੁਸੀਂ ਉਸ ਤੇ ਕੀ ਕਹਿਣਾ ਚਾਹੁੰਦੇ ਹੋ? ਤੇ ਉਸ ਦੇ ਉੱਪਰ ਉਹਨਾਂ ਨੇ ਸਿੱਧਾ ਕਿਹਾ ਕਿ ਸਾਨੂੰ ਨਹੀਂ ਪਤਾ ਕੌਣ ਕੀ ਕਹਿ ਰਿਹਾ, ਲੇਕਿਨ ਪੁਲਿਸ ਦੇ ਵੱਲੋਂ ਸਾਫ਼ ਲਫ਼ਜ਼ਾਂ ਦੇ ਕਿਹਾ ਗਿਆ ਕਿ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਪਾਲ ਨੂੰ। ਜਿਹੜਾ ਇਹ ਆਫੀਸ਼ੀਅਲਸ ਬਿਆਨ ਨੇ, ਇਹ ਕੋਈ ਮਨ ਘੜੰਤ ਬਿਆਨ ਨਹੀਂ ਹੈਗੇ, ਇਹ ਕੋਈ ਕਿਆਸ ਰਾਈਆਂ ਨਹੀਂ ਹੈਗੀਆਂ, ਬਲਕਿ ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਇਹ ਸਪਸ਼ਟ ਕੀਤਾ ਕਿ ਅੰਮ੍ਰਿਤਪਾਲ ਨੂੰ ਅਰੈਸਟ ਕੀਤਾ ਗਿਆ, ਇਨਪੁਟਸ ਦੇ ਤਹਿਤ ਅਰੈਸਟ ਕੀਤਾ ਗਿਆ, ਕਿਉਂਕਿ ਅਫਵਾਹਾਂ ਕਈ ਨੇਗੀਆਂ, ਅਫਵਾਹਾਂ ਗ੍ਰਿਫਤਾਰੀ ਦੀ ਵੀ ਹੈਗੀਆਂ ਸੀ,
ਅਫਵਾਹਾਂ ਜਿਹੜੀਆਂ ਨੇ ਉਹ ਗ੍ਰਿਫਤਾਰ ਹੋਣ ਦੀਆਂ ਵੀ ਸੀਗੀਆਂ ਔਰ ਇਹ ਵੀ ਸੀਗੀਆਂ ਕਿ ਆਤਮ ਸਮਰਪਣ ਜਿਹੜਾ ਅੰਮ੍ਰਿਤਪਾਲ ਨੇ ਕੀਤਾ। ਲੇਕਿਨ ਇਹ ਚੀਜ਼ਾਂ ਕਿਤੇ ਨਾ ਕਿਤੇ ਜਦੋਂ ਆਫੀਸ਼ੀਅਲਸ ਬਿਆਨ ਦੇ ਦੇਣ, ਜਦੋਂ ਸਟੇਟਮੈਂਟ ਆਫੀਸ਼ੀਅਲ ਹੋ ਜਾਵੇ ਤਾਂ ਉਸ ਨੂੰ ਮੰਨਣਾ ਜਿਹੜਾ ਸੰਵਿਧਾਨ ਵੀ ਕਹਿੰਦਾ ਕਿ ਉਹਨੂੰ ਮੰਨਣਾ ਚਾਹੀਦਾ। ਜਦੋਂ ਆਫੀਸ਼ੀਅਲ ਇੱਕ ਸਟੇਟਮੈਂਟ ਤੇ ਇੱਕ ਅਹੁਦੇਦਾਰ ਬੈਠ ਕੇ ਇਹ ਗੱਲ ਕਹਿ ਰਿਹਾ ਕਿ गिरफ्तार किया गया और साफ लफ्ज़ां दे कह रहा कि गिरफ्तार किया गया कि पहला इनपुट सीगियां, इनपुट के तहत असीं घेराबंदी की, घेराबंदी दे विच अंम੍ਰਿਤਪਾਲ ਨੂੰ पता लग गया कि हुण मेरा निकलना मुश्किल है, जिस दे करके उसने अपनी शांतमई तरीके नाल गिरफ्तारी दे दी। ये एक वड्डी गल हैगी है। और जिस तरीके दे नाल अंम੍ਰਿਤਪਾਲ दे वल्लों स्पीच दे विच जिक्र किया गया कि 1 महीने तक पुलिस की गिरफ्त तो बाहर रहना, इन्ने पैरे नूं तोड़ के बाहर निकल जाना, एक वड्डी गल सीगी। पप्पलप्रीत मेन साथी सीगा। पप्पलप्रीत ने ਜਿਹੜੇ ਲਿੰਕ ਨਜ਼ਰ ਆਏ ਉਸਦੇ ਜੰਮੂ ਦੇ ਵਿੱਚ ਨਜ਼ਰ ਆਏ, ਦਿੱਲੀ ਦੇ ਵਿੱਚ ਨਜ਼ਰ ਆਏ ਔਰ ਮੱਧ ਪ੍ਰਦੇਸ਼ ਦੇ ਜਿਹੜਾ ਨਜ਼ਰ ਆਏ ਇੱਕ ਲਿੰਕ। ਉਸ ਤੋਂ ਬਾਅਦ ਕਈ ਜਗ੍ਹਾ ਤੇ ਪੱਪਲਪ੍ਰੀਤ ਦਾ ਜਿਹੜੇ ਲਿੰਕ ਨਜ਼ਰ ਆਏ, ਯਾਨੀ ਕਿ ਪੱਪਲਪ੍ਰੀਤ ਨੇ ਇਹ ਪੂਰਾ ਸਾਥ ਦਿੱਤਾ ਕਿ ਅੰਮ੍ਰਿਤਪਾਲ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣ ਦਾ। ਔਰ ਦੂਸਰੀ ਜਗ੍ਹਾ ਜਦੋਂ ਅੰਮ੍ਰਿਤਪਾਲ ਤੋਂ ਪੱਪਲਪ੍ਰੀਤ ਵੱਖ ਹੋ ਗਿਆ ਤੇ ਪੱਪਲਪ੍ਰੀਤ ਨੇ ਗ੍ਰਿਫਤਾਰੀ ਹੋ ਗਈ। ਉਸ ਤੋਂ ਬਾਅਦ ਅੰਮ੍ਰਿਤਪਾਲ ਮੋਗਾ ਕਿਵੇਂ ਪਹੁੰਚਿਆ, ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਕਿੰਨੀ ਦੇਰ ਤੋਂ ਮੋਗਾ ਸੀ, ਕਿਵੇਂ ਇੰਨੇ ਪੈਰੇ ਦੇ ਵਿੱਚੋਂ ਜਿਹੜਾ ਮੋਗਾ ਪਹੁੰਚ ਗਿਆ, ਇੱਕ ਵੱਡੀ ਗੱਲ ਹੈਗੀ ਹੈ। ਔਰ ਦੂਸਰੀ ਗੱਲ ਇੱਕ ਬਹੁਤ ਵੱਡੀ ਹੈ ਕਿ ਐਡਾ ਪੈਰਾ ਪੁਲਿਸ ਦਾ ਪੰਜਾਬ ਦੇ ਵਿੱਚ ਲੱਗਿਆ ਹੋਇਆ ਸੀਗਾ, ਭਾਵੇਂ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਹੋਵੇ, ਭਾਵੇਂ ਉਹ ਤਖਤ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਵੇ, ਭਾਵੇਂ ਉਹ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਵੇ ਜਾਂ ਪਟਨਾ ਸਾਹਿਬ ਦੇ ਵਿੱਚ ਹੋਵੇ। ਹੋਰ ਵੱਖਰੇ ਵੱਖਰੇ ਤਖਤਾਂ ਦੇ ਉੱਪਰ ਇਸ ਤਰੀਕੇ ਨਾਲ ਵੱਡਾ ਪੈਰਾ ਲੱਗਿਆ ਹੋਇਆ ਸੀ। ਪੁਲਿਸ ਦੇ ਵੱਲੋਂ ਗਲੀਆਂ ਤੱਕ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਸੀ, ਕਿਉਂਕਿ ਖਰਚਾ ਸੀ ਕਿ ਕਿਤੇ ਅੰਮ੍ਰਿਤਪਾਲ ਆਪਣੀ ਗ੍ਰਿਫਤਾਰੀ ਨਾ ਦੇਣ ਆ ਜਾਵੇ, ਕਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਨਾ ਪੇਸ਼ ਹੋ ਜਾਵੇ, ਜਿਸ ਨੂੰ ਲੈ ਕੇ ਇਨਪੁਟਸ ਪੁਲਿਸ ਦੇ ਕੋਲ ਸੀਗੀਆਂ ਕਿ ਕਿਸੇ ਗੁਰੂ ਸਥਾਨ ਦੇ ਉੱਪਰ ਜਾ ਕੇ ਕਿਸੇ ਧਾਰਮਿਕ ਸਥਾਨ ਦੇ ਉੱਪਰ ਜ਼ਾਹਿਰ ਤੌਰ ਤੇ ਬਹੁਤ ਸਾਰੇ ਸਵਾਲ ਦਮਨ ਨੇ। ਬੇਸ਼ੱਕ ਫਿਲਹਾਲ ਅੰਮ੍ਰਿਤਪਾਲ ਹੁਣ ਪੁਲਿਸ ਗਿਰਫਤ ਵਿੱਚ ਹੈ, ਲੇਕਿਨ ਸਵਾਲ ਜ਼ਰੂਰ ਖੜੇ ਹੋ ਚੁੱਕੇ ਨੇ ਔਰ ਇਹ ਵੱਖ-ਵੱਖ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਉਹ ਲਗਾਤਾਰ ਸਵੇਰ ਤੋਂ ਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਕਿਵੇਂ ਅੱਜ ਅੰਮ੍ਰਿਤਪਾਲ ਨੇ ਪਾਠ ਕੀਤਾ, ਸੰਬੋਧਨ ਕੀਤਾ ਸੰਗਤ ਨੂੰ ਔਰ ਉਸ ਤੋਂ ਬਾਅਦ ਆਤਮ ਸਮਰਪਣ ਦਾ ਜ਼ਿਕਰ ਕੀਤਾ ਤੇ ਕਿਵੇਂ ਅੰਮ੍ਰਿਤਪਾਲ ਗ੍ਰਿਫਤਾਰ ਹੋਇਆ। ਇਹ ਵੀ ਗ੍ਰਾਫਿਕ ਜ਼ਰੀਏ ਦੱਸ ਰਿਹਾ। ਸਵੇਰੇ 6:45 ਤੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ। ਆਈਜੀ ਸੁਖਚੈਨ ਗਿੱਲ ਨੇ ਇਹ ਦਾਅਵਾ ਕੀਤਾ। ਉਹਨਾਂ ਕਿਹਾ ਕਿ ਰੋਡੇ ਪਿੰਡ ਤੋਂ ਪੁਲਿਸ ਨੇ ਘੇਰਾ ਪਾਇਆ ਅੰਮ੍ਰਿਤਪਾਲ ਨੂੰ ਔਰ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆਇਆ ਤਾਂ ਉਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਹੈ, ਕਿਉਂਕਿ ਪੁਲਿਸ ਨੂੰ ਪਹਿਲਾਂ ਤੋਂ ਹੀ ਇਨਪੁਟ ਸੀ ਕਿ ਗੁਰਦੁਆਰਾ ਸਾਹਿਬ ਰੋਡਾ ਪਿੰਡ ਵਿਖੇ ਅੰਮ੍ਰਿਤਪਾਲ ਮੌਜੂਦ ਹੈ ਤੇ ਅੰਮ੍ਰਿਤਪਾਲ ਚਾਰੇ ਪਾਸਿਓਂ ਘਿਰ ਚੁੱਕਾ ਸੀਗਾ ਔਰ ਉਸ ਕੋਲ ਕੋਈ ਰਾਹ ਨਹੀਂ ਸੀਗਾ, ਭੱਜਣ ਦਾ ਕੋਈ ਰਾਸਤਾ ਨਹੀਂ ਸੀ ਔਰ ਉਸ ਤੋਂ ਬਾਅਦ ਉਸਨੇ ਆਪਣਾ ਉੱਥੇ ਮੌਜੂਦ ਰਿਹਾ ਔਰ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ। ਇਹ ਜ਼ਰੂਰ ਇੱਥੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਈਜੀ ਨੇ ਦਾਅਵਾ ਕੀਤਾ ਹੈ। ਪੁਲਿਸ ਅਤੇ ਇੰਟੈਲੀਜੈਂਸ ਵਿੰਗ ਨੇ ਇਹ ਸਾਂਝਾ ਆਪਰੇਸ਼ਨ ਚਲਾਇਆ। ਆਈਜੀ ਸੁਖਚੈਨ ਗਿੱਲ ਨੇ ਇਹ ਵੀ ਕਿਹਾ ਕਿ ਸਾਂਝਾ ਆਪਰੇਸ਼ਨ ਚਲਾਇਆ ਗਿਆ, ਇਨਪੁਟ ਦੇ ਆਧਾਰ ਤੇ ਗ੍ਰਿਫਤਾਰੀ ਹੋਈ ਹੈ। ਗ੍ਰਿਫਤਾਰੀ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਅੰਮ੍ਰਿਤਪਾਲ ਨੂੰ ਭੇਜਿਆ ਗਿਆ ਹੈ। ਤਾਂ 35 ਦਿਨਾਂ ਬਾਅਦ ਅੰਮ੍ਰਿਤਪਾਲ ਗ੍ਰਿਫਤਾਰ ਹੋਇਆ ਤੇ ਗ੍ਰਿਫਤਾਰੀ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਅੰਮ੍ਰਿਤਪਾਲ ਭੇਜਿਆ ਗਿਆ। ਸਵੇਰੇ 6:45 ਤੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਈ ਹੈ ਔਰ ਅੱਜ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਜਸਬੀਰ ਰੋਡੇ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਪਹਿਲਾਂ ਹੋ ਚੁੱਕੀ ਸੀ। ਮਨਜਿੰਦਰ ਲਗਾਤਾਰ ਜੁੜੇ ਹੋਏ ਨੇ। ਮਨਜਿੰਦਰ, ਫਿਲਹਾਲ ਇੱਥੇ ਕੀ ਕੁਝ ਮਾਹੌਲ ਹੈ ਕਿ ਹਾਲੇ ਸੁਰੱਖਿਆ ਨੂੰ ਲੈ ਕੇ ਇੱਥੇ ਕੁਝ ਖਾਸ ਹੋਰ ਪ੍ਰਬੰਧ ਨੇ, ਕਿਉਂਕਿ ਸੰਗਤ ਇਹ ਕਹਿ ਰਹੀ ਕਿ ਸਾਨੂੰ ਸਵੇਰ ਤੋਂ ਹੀ ਕੋਈ ਜਾਣਕਾਰੀ ਨਹੀਂ ਸੀ ਔਰ ਇੱਕ ਵੱਡਾ ਸਵਾਲ ਜ਼ਰੂਰ ਹੈ ਕਿ ਅੱਜ ਪੁਲਿਸ ਨੇ ਇੱਥੋਂ ਦੀ ਗ੍ਰਿਫਤਾਰ ਅੰਮ੍ਰਿਤਪਾਲ ਨੂੰ ਕੀਤਾ ਹੈ, ਲੇਕਿਨ ਕੀ ਇਹ ਦੇਰ ਰਾਤ ਅੰਮ੍ਰਿਤਪਾਲ ਇੱਥੇ ਪਹੁੰਚਿਆ ਜਾਂ ਕਿੰਨੇ ਦਿਨਾਂ ਤੋਂ ਅੰਮ੍ਰਿਤਪਾਲ ਇੱਥੇ ਪਹੁੰਚਿਆ ਹੋਇਆ ਸੀ? ਸੰਗਤ ਦੇ ਨਾਲ ਇਹ ਵੀ ਗੱਲਬਾਤ ਕਰੋ ਕਿ ਪਹਿਲਾਂ ਕੋਈ ਹਲਚਲ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੇ ਦੇਖੀ, ਕੋਈ ਅਜਿਹੀ ਚੀਜ਼ ਦੇਖੀ ਜੋ ਰੋਜ਼ਾਨਾ ਤੌਰ ਤੇ ਉਹ ਨਹੀਂ ਦੇਖਦੇ ਇੱਥੇ? ਇੱਥੇ ਹੀ ਜਿਹੜੀ ਕਿ ਅੰਮ੍ਰਿਤਪਾਲ ਦੀ ਦਸਤਾਰਬੰਦੀ ਹੋਈ ਸੀ, ਉਸ ਤੋਂ ਬਾਅਦ ਜਿਹੜਾ ਕਿ ਮੁੜ ਕੇ ਪਿੰਡ ਦਾ ਜਿਹੜਾ ਕੈਮਰਾ ਪਰਸਨ ਕਹੂੰਗਾ ਪਿੰਡ ਦਾ ਜਿਹੜਾ ਮਾਹੌਲ ਦਿਖਾਇਆ ਜਾਵੇ। ਦੱਸਿਆ ਜਾ ਰਿਹਾ ਜੋ ਪਿੰਡ ਵਾਸੀ ਕਹਿ ਰਹੇ ਨੇ ਕਿ 5 ਤੋਂ 6 ਗੱਡੀਆਂ ਜਿਹੜੀਆਂ ਕਿ ਇਹ ਰਸਤੇ ਥਾਣੀ ਆਉਂਦੀਆਂ ਨੇ, ਜਿਹਦੇ ਵਿੱਚ ਤੀਜੀ ਗੱਡੀ ਦੇ ਵਿੱਚ ਅੰਮ੍ਰਿਤਪਾਲ ਹੁੰਦੇ ਨੇ, ਪਰ ਜਿਹੜੀ ਪੁਲਿਸ ਦੀ ਤੈਨਾਤੀ ਆ ਕੋਈ ਵੀ ਨਹੀਂ ਵਧਾਈ ਗਈ ਸੀ। ਜਿੱਦਾਂ ਦਾ ਮਾਹੌਲ ਸ਼ਾਂਤਪੁਰ ਹੈਗਾ ਤਾਂ ਹੁਣ ਉੱਦਾਂ ਦਾ ਜਿਹੜਾ ਮਾਹੌਲ ਜਿਹੜਾ ਬਣਿਆ ਹੋਇਆ। ਹੁਣ ਸਵਾਲ ਇਹ ਵੀ ਆ ਰਿਹਾ ਕਿ ਜਿੱਥੇ ਆਈਜੀ ਸੁਖਚੈਨ ਸਿੰਘ ਗਿੱਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਪਹਿਲਾਂ ਇਹ ਚਾਰੇ ਪਾਸੇ ਜਿਹੜੀ ਕਿ ਪੁਲਿਸ ਦੀ ਤੈਨਾਤੀ ਵਧਾਉਣੀ ਗਈ ਤੇ ਮੁੜ ਕੇ ਉਸ ਤੋਂ ਬਾਅਦ ਇਹ ਗੁਰਦੁਆਰਾ ਦੀ ਮਰਿਆਦਾ ਨੂੰ ਵੇਖਦੇ ਹੋਏ ਕੋਈ ਵੀ ਜਿਹੜਾ ਸਾਡਾ ਜਿਹੜਾ ਮੁਲਾਜ਼ਮ ਆ ਉਹ ਅੰਦਰ ਵਰਦੀ ਦੇ ਨਾਲ ਸੰਵੇਦਨ ਨਹੀਂ ਗਿਆ। ਮੁੜ ਕੇ ਉਸ ਤੋਂ ਬਾਅਦ ਜਦੋਂ ਬਾਹਰ ਆ ਜਾਂਦੇ ਨੇ, ਹੁਣ ਸਵਾਲ ਇਹ ਉੱਠ ਰਿਹਾ ਕਿ 35 ਦਿਨ ਜਿਹੜਾ ਕਿ ਅੰਮ੍ਰਿਤਪਾਲ ਆਖਰ ਦੇ ਵਿੱਚ ਇੱਥੇ ਰਹਿ ਰਿਹਾ ਸੀ, ਜਿਹੜੇ ਹਿਸਾਬ ਨਾਲ CCTV ਵੀਡੀਓ ਵਾਇਰਲ ਹੋ ਰਹੀਆਂ ਸੀ ਉਸੇ ਹਿਸਾਬ ਦੇ ਨਾਲ ਤੇ ਅਲੱਗ-ਅਲੱਗ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਸੀ, ਕਿਉਂਕਿ ਪੱਪਲਪ੍ਰੀਤ ਦੇ ਨਾਲ ਸਭ ਤੋਂ ਜ਼ਿਆਦਾ ਵੀਡੀਓ ਜਿਹੜੀਆਂ ਕਿ ਅੰਮ੍ਰਿਤਪਾਲ ਦੀ ਆ ਰਹੀਆਂ ਸੀ, ਕਿਉਂਕਿ ਜਗ੍ਹਾ ਦੇ ਉੱਪਰ ਲੋਕੇਸ਼ਨ ਜਿਹੜੀ ਚੇਂਜ ਕੀਤੀ ਜਾ ਰਹੀ ਸੀ। ਹਰਿਆਣਾ ਦੇ ਵਿੱਚ ਵੇਖਿਆ ਗਿਆ, ਪਟਿਆਲਾ, ਜਲੰਧਰ, ਹਰ ਜਗ੍ਹਾ ਦੇ ਉੱਪਰ ਉਹਨਾਂ ਨੂੰ ਦੇਖੇਗਾ, ਪਰ ਆਖਰ ਦੇ ਵਿੱਚ ਮਨਸ਼ਾ ਕੀ ਸੀ
ਅੰਮ੍ਰਿਤਪਾਲ ਦੀ ਇੱਥੇ ਆਉਂਦੀ ਜਾਂ ਪੁਲਿਸ ਦੇ ਵੱਲੋਂ ਇੱਥੋਂ ਲਿਆਂਦਾ ਗਿਆ, ਕਿਉਂਕਿ ਜਿਹੜੀ ਸ਼ੁਰੂਆਤ ਆ ਅੰਮ੍ਰਿਤਪਾਲ ਦੀ ਆਖਰ ਵਿੱਚ ਇਸੇ ਗੁਰਦੁਆਰੇ ਦੇ ਵਿੱਚ ਹੁੰਦੀ ਆ, ਦਸਤਾਰਬੰਦੀ ਇੱਥੋਂ ਹੁੰਦੀ ਆ। ਗੱਲਬਾਤ ਆਪਣੇ ਸੰਜੋਗੀ ਮੇਰੇ ਇਸ ਗੁਰਦੇਵ ਸਿੰਘ, ਕਿੱਦਾਂ ਦੇਖ ਰਹੇ ਹੋ ਕਿ ਲੋਕ ਹੁਣ ਕੀ ਲੋਕ ਕੁਝ ਹੋਰ ਕਹਿ ਰਹੇ ਨੇ, ਪ੍ਰਸ਼ਾਸਨ ਕੁਝ ਹੋਰ ਕਿਹਾ, ਤੁਸੀਂ ਜਦੋਂ ਇੱਥੇ ਪਹੁੰਚਦੇ ਕਿੱਦਾਂ ਦਾ ਮਾਹੌਲ ਸੀ? ਬਿਲਕੁਲ ਜਦੋਂ ਅਸੀਂ ਇਸ ਜਗ੍ਹਾ ਤੇ ਪਹੁੰਚੇ ਹਾਂ ਤਾਂ ਮਾਹੌਲ ਦੀ ਗੱਲ ਕੀਤੀ ਬਿਲਕੁਲ ਸ਼ਾਂਤਮਈ ਮਾਹੌਲ ਸੀ। ਸਿਰਫ 3 ਕਿ 4 ਪੁਲਿਸ ਮੁਲਾਜ਼ਮ ਇੱਥੇ ਜਿਪਸੀ ਦੇ ਖੜੇ ਸੀਗੇ। ਜਦੋਂ ਮੀਡੀਆ ਆਇਆ ਉਹ ਵੀ ਉੱਥੋਂ ਚਲੇ ਗਏ। ਉਸ ਤੋਂ ਬਾਅਦ ਕੀ ਸਾਰੇ ਪਰਿਵਾਰ ਸਾਹਮਣੇ ਘਰਾਂ ਨਾਲ ਗੱਲਬਾਤ ਹੋਈ ਆਪਣੀ। ਉਹਨਾਂ ਦਾ ਕਹਿਣਾ ਵੀ 3 4 5 ਗੱਡੀਆਂ ਆਈਆਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਗੱਡੀ ਵਿੱਚ ਜੀ ਤਾਂ ਜ਼ਾਹਿਰ ਤੌਰ ਤੇ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਲੇਕਿਨ ਇੱਥੇ ਮਾਹੌਲ ਨੂੰ ਲੈ ਕੇ ਅੱਜ ਇਸ ਪੂਰੀ ਜੇ ਗੱਲ ਕੀਤੀ ਜਾਵੇ ਘਟਨਾਕ੍ਰਮ ਦੀ ਕਿਵੇਂ ਗ੍ਰਿਫਤਾਰੀ ਹੋਈ ਹੈ, ਇਹ ਜ਼ਰੂਰ ਇੱਕ ਸਵਾਲਾਂ ਦੇ ਘੇਰੇ ਵਿੱਚ ਜਾਂਚ ਦਾ ਵਿਸ਼ਾ ਇਹ ਪੂਰੀ ਘਟਨਾ ਬਣ ਚੁੱਕੀ ਹੈ। ਕਿਉਂਕਿ ਆਈਜੀ ਦਾਅਵਾ ਕਰ ਰਹੇ ਨੇ ਕਿ ਬੇਸ਼ੱਕ ਕੋਈ ਕੁਝ ਵੀ ਕਵੇ, ਲੇਕਿਨ ਜੋ ਆਈਜੀ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਪੁਖਤਾ ਤੌਰ ਤੇ ਜਾਣਕਾਰੀ ਦੇ ਰਹੇ ਕਿ ਅਸੀਂ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਸੀ, ਕਿਉਂਕਿ ਇਨਪੁਟ ਮਿਲੀ ਸੀ ਕਿ ਅੰਮ੍ਰਿਤਪਾਲ ਇੱਥੇ ਮੌਜੂਦ ਹੈ, ਜਿਸ ਤੋਂ ਬਾਅਦ ਅੰਮ੍ਰਿਤਪਾਲ ਦੀ गिरफ्तारी असी की है। और ये तस्वीर भी असी दिखा रहे हैं कि की प्लान रहा, की रोड मैप रहा अमृतपाल का, क्योंकि शाहकोट जलंधर तो अमृतपाल पप्पलप्रीत नाल फरार हुंदा है। सब तो पहला महतपुर जलंधर की तस्वीर सामने आउंदियां ने जिथे बाइक ते वो नज़र आउंदे ने, और ये पिछे यही कहा जाता है कि बाइक तो बाद उन्होंने जुगाड़ू रेडी का इत्थे सहारा लिया। जुगाड़ू रेडी ते भी नज़र आई सी, वो तस्वीर भी आई, और जुगाड़ू रेडी के मालक ने भी कहा सी कि ये 2 शख्स मैनू रस्ते विच मिले सीगे और इन्हां दा बाइक पंचर सी, जिस तो बाद इन्हां नूं मैं पंचर वाली दुकान ते रोकिया, इन्हां ने मैनू 100 रुपए भी दिते सीगे। जलंधर महतपुर तो बाद हरियाणा के कुरुक्षेत्र शाहबाद की तस्वीर सामने आउंदियां ने, जिस विच कुरुक्षेत्र बस स्टैंड के आस-पास अमृतपाल ते पप्पलप्रीत नज़र आउंदे ने, और एक घर की तस्वीर भी सामने आई है जिस विच अमृतपाल ते पप्पलप्रीत नज़र आउंदे ने और थोड़ी दूरी ते एक दूजे तो चलते हुए तस्वीरों दे विच नज़र आउंदे ने। और उस तो बाद ये पहुंचते ने दिल्ली, क्योंकि दिल्ली भी 21 मार्च की तस्वीर सामने आईयां और 21 मार्च नूं शाम 5 बजे के करीब की तस्वीरां दसिया जा रही ने, जदों लक्ष्मी नगर विच अमृतपाल इत्थे पहुंचदा है और एक वखरा लुक अमृतपाल दा नज़र आउंदा है। और हर जो तस्वीर सामने आई है हुण तक हर तस्वीर विच एक वखरा लुक अमृतपाल दा नज़र आउंदा है। और उस तो बाद फिर लुधियाना पटियाला दा रुख किया जाता है, नेपाल तक दी खबरां सामने आई ते हुण मोगा तो गिरफ्तारी हुई है। मनजिंदर जुड़े हुए ने। मनजिंदर, गलबात जरूर करो, इत्थे लोकां ने पहला कोई इत्थे बदलाव देखिया होवे, इस तो पहला कोई हलचल देखी होवे? जी बिल्कुल, सब तो पहला कि पिंड वासी साडे नाल हैगे। सर की नाम अपना जी? सरजीत सिंह। सरजीत सिंह जी, किन्ने चेर तो पिंड च रह? ਅਸੀਂ ਜੋ ਮੇਰੀ ਉਮਰ ਹੈ ਉਧਰ ਪਿੰਡ 'ਚ ਹੀ ਰਹਿ ਰਹੇ। ਪਰ ਜਿਹੜੀ ਅੱਜ ਤਸਵੀਰ ਸਾਹਮਣੇ ਹੋਈ ਆ ਉਹਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਉਹ ਜੇ ਅਸੀਂ ਹਰ ਰੋਜ਼ ਇੱਥੇ ਆਉਂਦੇ ਹਾਂ ਦਰਬਾਰ ਸਾਹਿਬ, ਅਸੀਂ ਮੱਥਾ ਬੈਠੇ ਟੇਕ ਕੇ ਹਟੇ ਸੀ। 6:30 ਵਜੇ ਇਹ ਅੰਮ੍ਰਿਤਪਾਲ ਨੇ ਮੱਥਾ ਟੇਕਿਆ। ਮੱਥਾ ਟੇਕ ਕੇ ਬਾਅਦ 'ਚ ਥੱਲੇ ਭੋਰਾ ਸਾਹਿਬ ਮੱਥਾ ਟੇਕ ਕੇ ਆ ਕੇ ਬਾਹਰ ਆ ਗਏ ਆ। ਬਾਹਰ ਆ ਕੇ ਚਲੋ ਸੰਗਤ 'ਚ ਬਹਿ ਗਏ ਆ। ਚਲੋ ਖੰਡ ਪਾਠ ਪ੍ਰਕਾਸ਼ ਹੈਗੇ ਤੁਸੀਂ ਇੱਥੇ। ਅੰਦਰ ਸੀ ਉਸ ਟਾਈਮ? ਹਾਂ ਅਸੀਂ ਇੱਥੇ ਸੀਗੇ, ਹਰ ਰੋਜ਼ ਹੀ ਆਉਂਦੇ ਆ। ਉਹ ਅੰਮ੍ਰਿਤਪਾਲ ਇਕੱਲਾ ਆਇਆ ਸੀ ਜਾਂ ਨਾਲ ਉਹਦੇ ਸਾਥੀ ਹੈਗੇ ਸਨ? ਹੋਰ ਸੀਗੇ, ਜਿਵੇਂ ਤੁਸੀਂ ਨਹੀਂ ਮਤਲਬ ਇਸ ਤਰ੍ਹਾਂ ਕੋਈ ਮੋਬਾਈਲਾਂ ਵਾਲੇ ਜੇ ਕਹੂੰ ਸੀ, ਸੰਗਤ ਤਾਂ ਸੀਗੀ ਇੱਥੇ ਆਮ ਹੀ ਹੁੰਦੀ ਆ। ਉਹ ਨਾਲ ਵੀ ਹੋ ਸਕਦਾ, ਨਾਲ ਦੇ ਹੁਣ ਆਪਾਂ ਨੂੰ ਨਹੀਂ ਪਤਾ, ਆਪਾਂ ਅੰਦਰ ਬੈਠੇ ਸੀਗੇ। ਫਿਰ ਤੇ ਉਸ ਤੋਂ ਬਾਅਦ ਬਸ ਉਹ ਅਰਦਾਸ ਬੇਨਤੀ ਕੀਤੀ। ਅਰਦਾਸ ਬੇਨਤੀ ਤੋਂ ਬਾਅਦ ਹੁਕਮਨਾਮਾ ਲਿਆ। ਹੁਕਮਨਾਮੇ ਤੋਂ ਬਾਅਦ ਦੇਗ ਵਰਤਾਈ ਗਈ। ਦੇਗ ਤੋਂ ਬਾਅਦ ਉਹ ਬਾਹਰ ਆ ਗਏ। ਬਾਹਰ ਆ ਕੇ ਗੱਡੀਆਂ ਖੜੀਆਂ। ਥੋੜੀ ਸਪੀਚ ਵੀ ਇਹਨਾਂ ਨੇ ਕੀਤੀ। ਉਹ ਸਪੀਚ ਕੀ ਹੈਗੀ ਸੀ? ਤੁਸੀਂ ਅੰਦਰ ਉਹਦਾ ਵੈਸੇ ਉਹ ਗੱਲਾਂ ਕੀਤੀਆਂ ਸੀ ਜਿਵੇਂ ਮਤਲਬ ਵੀ ਅਸੀਂ ਗ੍ਰਿਫਤਾਰ ਕਰ ਲੱਗੇ ਆ। ਹਾਂ ਵੀ ਸਿੰਘੋ ਤੁਸੀਂ ਅੰਮ੍ਰਿਤ ਛਕਣਾ, ਨਸ਼ੇ ਤੋਂ ਰਹਿਤ ਰੱਖਣਾ, ਬਸ ਆਹੀ ਗੱਲਾਂ ਸੀ। ਪਰ ਇੱਕ ਆਖਰ ਦੇ ਵਿੱਚ ਤੁਸੀਂ ਡੇਲੀ ਆਉਂਦੇ ਗੁਰਦੁਆਰੇ? ਹਾਂਜੀ। ਪਰ ਉਸ ਟਾਈਮ ਅੰਮ੍ਰਿਤਪਾਲ ਦੀ ਦਸਤਾਰਬੰਦੀ ਇੱਥੇ ਹੋਈ ਸੀ। ਲੱਗਦਾ ਕਿ ਅੰਮ੍ਰਿਤਪਾਲ ਇੱਥੇ 35 ਦਿਨ ਤੋਂ ਰਹਿ ਰਿਹਾ ਜਾਂ ਜਗ੍ਹਾ ਚੇਂਜ ਕਰ ਰਿਹਾ? ਨਹੀਂ ਅਸੀਂ ਤਾਂ ਕੱਲ੍ਹ ਹੀ ਵੇਖਿਆ, ਚਾਹੇ ਉਦੋਂ ਹੀ ਵੇਖਿਆ ਸੀਗਾ ਜਦੋਂ ਮਤਲਬ ਇੱਥੇ ਪ੍ਰੋਗਰਾਮ ਕਿੰਨੇ ਦਾ ਸੀ ਜਦੋਂ ਇੱਥੇ ਪਹੁੰਚਦਾ? ਬਸ 6:30 ਦਾ। ਤੇ ਕੱਲਾ ਸੀ ਨਾਲ ਕੋਈ ਪੁਲਿਸ ਵਾਲੇ ਵੀ ਸੀ? ਨਹੀਂ, ਪੁਲਿਸ ਵਾਲਾ ਬਾਹਰ ਤਾਂ ਬੜਾ ਕੋਈ ਹੋਵੇ, ਅਸੀਂ ਅੰਦਰ ਹੀ ਸੀਗੇ। ਅਸੀਂ ਪਹਿਲੋਂ ਦੇ ਅੰਦਰ ਸੀ ਨਾ ਦਰਬਾਰ ਸਾਹਿਬ 'ਚ। ਅਸੀਂ ਉਹਨਾਂ ਨਾਲ 7 ਵਜੇ ਬਾਹਰ ਆ ਗਏ ਬਸ। ਪਰ ਪੁਲਿਸ ਦੀ ਤੈਨਾਤੀ ਕਿੰਨੀ ਵਧਾਈ ਗਈ ਸੀ? ਕੋਈ ਪੁਲਿਸ ਵਾਲੇ ਵਰਦੀ ਚ? ਨਹੀਂ, ਬਾਹਰ ਕੋਈ ਨਹੀਂ ਵੇਖਿਆ ਸੀ। ਉਹ ਉੱਠ ਗਿਆ ਅੰਮ੍ਰਿਤਪਾਲ, ਅਸੀਂ ਘਰਾਂ ਨੂੰ ਉੱਠ ਗਏ ਆ। ਕੋਈ ਬਾਹਰ ਕੋਈ ਪੁਲਿਸ ਨਹੀਂ ਵੇਖਿਆ ਸੀ, ਨਾ ਕੋਈ ਮਿਲਿਆ। ਨਹੀਂ ਤਾਂ ਉਸ ਤੋਂ ਬਾਅਦ ਅੰਮ੍ਰਿਤਪਾਲ ਨਾਲ ਤੁਹਾਡੇ ਨਾਲ ਗੱਲਬਾਤ ਵੀ ਹੋਈ ਅੰਦਰ? ਨਹੀਂ ਕੋਈ ਸਾਡੇ ਨਾਲ ਕੋਈ ਨਹੀਂ ਮਿਲਿਆ। ਕਿਸੇ ਨੇ ਆਪਾਂ ਕੋਈ ਨਹੀਂ ਗੱਲਬਾਤ ਹੋਈ। ਬਸ ਉਹ ਚੁੱਪ ਕਰਕੇ ਗੱਡੀ 'ਚ ਆ ਗਏ ਤੇ ਬਹਿ ਗਏ। ਕਿੱਦਾਂ ਜਿੱਦਾਂ ਸਟੇਜਾਂ ਦੇ ਉੱਪਰ ਸਪੀਚਾਂ ਦੇ ਤਾਂ ਚਸ਼ਮਦੀਦ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਰੀਬ 6:30 ਵਜੇ ਅੰਮ੍ਰਿਤਪਾਲ ਇੱਥੇ ਆਉਂਦਾ ਹੈ ਤੇ ਗੁਰਦੁਆਰਾ ਸਾਹਿਬ ਵਿੱਚੋਂ ਮੱਥਾ ਟੇਕਦਾ ਹੈ। ਉਸ ਤੋਂ ਬਾਅਦ ਹੁਕਮਨਾਮਾ ਹੁੰਦਾ ਤੇ ਫਿਰ ਬਾਹਰ ਆਉਂਦਾ ਤਾਂ ਗੱਡੀਆਂ ਪਹਿਲਾਂ ਹੀ ਮੌਜੂਦ ਸੀ ਜਿਸ ਵਿੱਚ ਬੈਠ ਕੇ ਅੰਮ੍ਰਿਤਪਾਲ ਚਲਾ ਜਾਂਦਾ ਹੈ। ਔਰ ਜੇ ਗੱਲ ਕੀਤੀ ਜਾਵੇ ਸੰਬੋਧਨ ਦੀ ਤਾਂ ਇਹੀ ਕਿਹਾ ਗਿਆ ਕਿ ਕੁਝ ਆਮ ਗੱਲਾਂ ਸੀ, ਔਰ ਲੇਕਿਨ ਸੰਬੋਧਨ ਦੀ ਵੀਡੀਓ ਵੀ ਅਸੀਂ ਤੁਹਾਨੂੰ ਦਿਖਾਈ ਕਿ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤਪਾਲ ਨੇ ਜ਼ਿਕਰ ਕੀਤਾ, ਸੰਗਤ ਦਾ ਸ਼ੁਕਰੀਆ ਕੀਤਾ ਔਰ ਜਿੱਥੇ ਸਰਕਾਰਾਂ ਦੇ ਸਵਾਲ ਚੁੱਕੇ ਔਰ ਇਹ ਵੀ ਕਿਹਾ ਕਿ 1 ਮਹੀਨੇ ਬਾਅਦ ਅਸੀਂ ਹੁਣ ਇਹ ਤੈਅ ਕੀਤਾ ਹੈ ਕਿ ਅਸੀਂ ਆਤਮ
ਸਮਰਪਣ ਆਪਣੀ गिरफ्तारी देवांगे क्योंकि जो परचे मेरे खिलाफ दर्ज ने उसका डट के सामना करांगे। लेकिन ये आत्म समर्पण की अमृतपाल दे वल्लों किसी दे कहण ते कीता गया या गिरफ्तारी अमृतपाल दी हुई है, क्योंकि आईजी सुखचैन गिल ने तो प्रेस कॉन्फ्रेंस में दावा किया है कि अमृतपाल नूं असीं गिरफ्तार किया है। इनपुट मिली सी जिस तो बाद अमृतसर पुलिस ते काउंटर इंटैलीजेंस ने इत्थे साझा ऑपरेशन चलाया, पूरे पिंड की घेराबंदी की गई ते उस तो बाद अज 6:45 बजे अमृतपाल की गिरफ्तारी हुई है। लेकिन दूजे पासे संगत का भी यह कहना है कि 6:30 बजे अमृतपाल इत्थे आउंदा है और मत्था टेकदा है और सब कुछ इत्थे ठीक हुंदा है अंदर ता, लेकिन बाहर जरूर गड्डियां तैनात हुंदियां ने, गड्डियां दे विच लोग मौजूद हुंदे ने और जदों ही अमृतपाल बाहर आउंदा ते गड्डी विच बैठ के इत्थों दी लंघ जांदा और उस तो बाद इत्थे कोई भी सुरक्षा या कोई भी पुलिस या कोई होर शख्स नहीं देखा गया। रोजाना की तरह ही हलचल इत्थे गुरुद्वारा साहब विच रहिंदी है, जबकि जसबीर रोडे ये कह रहे हैं कि 12:30 बजे ही रात मैनू जानकारी मिल चुकी सी, जिस तो बाद मैं सवेरे 4 बजे इत्थे पहुंचदा और मेरे पहुंचण तो पहला अमृतपाल इत्थे मौजूद हुंदा है। अमृतपाल ने आत्म समर्पण किया है, लेकिन आईजी जरूर ये दावा कर रहे हैं कि बेशक कोई कुछ भी कहे लेकिन अमृतपाल नूं असीं गिरफ्तार किया है। फिलहाल अमृतपाल गिरफ्तार तो हो चुका है, लेकिन अमृतपाल की गिरफ्तारी नूं लैके भी सवाल खड़े हो रहे हैं कि अमृतपाल ने गिरफ्तारी अपनी दित्ती है या अमृतपाल नूं पुलिस ने गिरफ्तार किया है। पुलिस ने अमृतपाल नूं गिरफ्तार किया तां कि अमृतपाल इत्थे कल ही पहुंचिया या उस तो कई दिन पहला तो इत्थे मौजूद सीगा, और जे अमृतपाल ने आत्म समर्पण किया है तां कि किसी दे कहण ते अमृतपाल ने आत्म समर्पण किया है या फिर ये कोई प्लैनिंग है या फिर ये दबाव सी, क्योंकि जिस तरह दे नाल अमृतपाल की पत्नी ते भी कार्रवाई हो रही है। इंग्लैंड जाना सी अमृतपाल की पत्नी किरणदीप कौर ने, लेकिन अमृतसर एयरपोर्ट ते पुलिस वालों रोकया जांदा है, जिस तो बाद इसते सियासत भी जरूर गरमाई रही है। लेकिन किते ना किते दबाव अमृतपाल ते हो सकता है कि परिवारक मैंबरां नूं भी परेशान किया जा रहा है। लेकिन अज अमृतपाल की गिरफ्तारी तो बाद परिवार का बयान भी सामने आता है। परिवार ये कहता है कि सानू माण है अमृतपाल ते कि अमृतपाल ने आत्म समर्पण किया और असी उसका केस लड़ांगे और जल्द उसनू डिब्रूगढ़ जेल मिलन भी जावांगे, ता ये परिवार कह रहा है। पर फिलहाल अमृतपाल गिरफ्तार हो चुके हैं, लेकिन फरारी तो गिरफ्तारी तक का पूरा लोकेशन तुहानू जो तस्वीरां सामने आई ने वो भी मैप के जरिए समझा रही है कि शाहकोट तो फरार हुंदा है, फिर महतपुर विच देखा जाता है, हरियाणा, कुरुक्षेत्र, शाहबाद, दिल्ली, फिर लुधियाना, पटियाला, नेपाल ते मोगा दे पिंड रोडे तो अज अमृतपाल की गिरफ्तारी हुई है। तो अमृतपाल गिरफ्तार हो चुके हैं। जाहिर तौर पर किवें अमृतपाल मोगा पहुंचदा है, देर रात पहुंचदा है, तां किवें पहुंचदा है ये जरूर एक जांच का विषय है और उसकी किसने मदद की है यह भी जरूर एक जांच का विषय। लेकिन हो सकता है कि आने वाले समय में होर गिरफ्तारियां भी हो सकती हैं, क्योंकि पहला ही करीबी साथी तक गिरफ्तार ने डिब्रूगढ़ जेल में बंद ने और हाल ही में अमृतपाल का राइट हैंड पप्पलप्रीत जिसकी गिरफ्तारी हुई है, जिसने पुलिस को यह दसिया सीगा कि 28 मार्च को मैं ते अमृतपाल वख हो चुके सी, मैनू कोई जानकारी नहीं है अमृतपाल किथे है और उस तो बाद मैनू कोई जानकारी नहीं है कि अमृतपाल आत्म समर्पण करेगा या नहीं करेगा और उसनू भी डिब्रूगढ़ जेल शिफ्ट किया जाता है। तो अज अमृतपाल की गिरफ्तारी तो बाद भी उसनू डिब्रूगढ़ जेल शिफ्ट किया गया है, क्योंकि पुलिस तो कितना किते यह भी डर है कि माहौल पंजाब का खराब ना हो। लेकिन फिलहाल पंजाब का माहौल ठीक है, इसनू लेके पुलिस ने लोगों का भी धन्यवाद किया कि लोगों ने पूरा साथ दिता है, अमन शांति बना के रखी हुई है लोगों ने और लोगों को अपील भी की जा रही है कि किसी भी तरह की अफवाह ते तुसी यकीन ना करो और पुलिस जो है वो चौकस पूरे पंजाब दे विच नजर आ रही है, क्योंकि पुलिस लई एक वड्डी चुनौती तो सी अमृतपाल नूं गिरफ्तार करना। हाई कोर्ट ने पुलिस नूं फटकार लगाई सी, हाई कोर्ट ने पुलिस नूं पूछा सी कि जे बाकी साथियों की गिरफ्तारी हो सकती है तो अमृतपाल नूं गिरफ्तार पुलिस क्यों नहीं कर रही है। और दूजे पासे पुलिस मुलाजमां दी छुट्टियां रद्द हुईयां सी, पुलिस मुलाजम लगातार डटे हुए सी, ऑपरेशन अमृतपाल जारी सी, मनजिंदर लगातार ग्राउंड जीरो तो बने हुए ने, उस स्थान तो बने हुए ने जिथों दी अमृतपाल नूं गिरफ्तार किया गया जो आईजी दावा कर रहे हैं। लेकिन संगत ये कह रही है कि वो गड्डियां विच आए सी और उस बाद मत्था टेक के वापस चले गए। मनजिंदर हो लोगों के नाल भी गलबात करो, क्योंकि तथ्य जानने बहुत जरूरी ने। गिरफ्तारी तो अमृतपाल की हो चुकी है, लेकिन इस दे पिछे बहुत सारे सवाल भी खड़े हो चुके हैं कि वो देर रात पहुंचा, अमृतपाल अज पहुंचा या इस तो पहला भी कोई इत्थे होर हलचल देखी गई है, पहुंचा तो किसकी मदद नाल पहुंचा, ये तमाम हुण सवाल जो ने जांच का विषय है। जी बिल्कुल, सब तो पहले तो ये चीज़ साफ करना चाहांगा कि जो जितों के पिंड के वासी सन ਜਿਹੜੇ उस टाइम गुरुद्वारे के अंदर सन ਉਹਨਾਂ ਦਾ ਜਿਹੜਾ ਬਿਆਨ ਲਿਵਿੰਗ ਇੰਡੀਆ ਦੇ ਉੱਪਰ ਇਹ ਆਇਆ ਕਿ ਜਿਹੜੀਆਂ ਗੱਡੀਆਂ 5 ਗੱਡੀਆਂ ਆਈਆਂ ਸੀ ਉਸ ਗੱਡੀ ਤੇ ਤੀਜੀ ਗੱਡੀ ਦੇ ਵਿੱਚ ਅੰਮ੍ਰਿਤਪਾਲ ਅਤੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਸਿਵਲ ਵਰਦੀ 'ਚ ਸਨ ਉਹੀ ਅੰਦਰ ਲੈ ਕੇ ਆਉਂਦੇ ਨੇ। ਇਸੇ ਗੁਰਦੁਆਰੇ ਦੇ ਅੰਦਰ ਜਿਹੜਾ ਕਿ ਆ ਕੇ ਉਹ ਜਿਹੜਾ ਕਿ ਮੱਥਾ ਟੇਕਦੇ ਨੇ, ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੇ ਨੇ, ਉਸ ਤੋਂ ਬਾਅਦ ਸਮੋਜਤ ਕਰਦੇ ਨੇ। ਜਿਹੜੀ ਸੰਗਤ ਬੈਠੀ ਹੁੰਦੀ ਆ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਤੇ ਜਿਹੜਾ ਅੰਮ੍ਰਿਤ ਛਕਣਾ ਚਾਹੀਦਾ। ਉਸ ਤੋਂ ਬਾਅਦ ਜਿਹੜੇ ਕਿ ਮੱਥਾ ਟੇਕ ਕੇ ਉਹ ਬਾਹਰ ਆ ਜਾਂਦੇ ਨੇ। ਹੁਣ ਜਿਹੜੇ ਉੱਥੇ ਕਰੀਬੀ ਸਨ ਉਹਨਾਂ ਨਾਲ ਗੱਲਬਾਤ ਅਸੀਂ ਕਰ ਲੈਂਦੇ ਹਾਂ ਜਿਹੜੇ ਪਿੰਡ ਵਾਸੀ ਹੈਗੇ। ਹਾਂਜੀ, ਕੀ ਨਾਮ ਹੈ ਜੀ?
ਲਖਵਿੰਦਰ ਸਿੰਘ ਜੀ। ਜਿੰਦਰ ਸਿੰਘ ਜੀ ਕੀ ਪੂਰੇ ਅੰਮ੍ਰਿਤਪਾਲ ਜਦੋਂ ਅੰਦਰ ਆਉਂਦਾ ਵਾ ਤਾਂ ਤੇ ਅੱਛਾ ਤੇ ਤੁਸੀਂ ਕਿੱਦਾਂ ਦੇਖ ਰਹੇ ਹੋ ਕਿ ਇਹ ਸ਼ਾਂਤ ਮਾਹੌਲ ਆ ਪੂਰਾ, ਪੂਰਾ ਸ਼ਾਂਤ ਮਾਹੌਲ। 6:30 ਦੇ ਲਗਭਗ ਆਏ ਅੰਦਰ, ਮੱਥਾ ਟੇਕ ਕੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ। ਬਿਲਕੁਲ ਜੀ, ਹੋਰ ਵੀ ਸੰਗਤ ਹੈਗੀ ਉਹਨਾਂ ਨਾਲ ਗੱਲਬਾਤ ਅਸੀਂ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਜਿਹੜੇ ਖਾਲਸਾ ਜੀ ਅੰਦਰੋਂ ਆਏ ਨੇ, ਕਿਉਂਕਿ ਸਵਾਲ ਇਹ ਆ ਕਿ ਜਿਹੜੇ ਸੰਗਤਾਂ ਦੇ ਬਾਬਾ ਖਾਲਸਾ ਜੀ ਇੱਕ ਬਿਲਕੁਲ ਜੀ ਜਿਹੜੇ ਇੱਥੋਂ ਦੇ ਗੁਰਦੁਆਰੇ ਦੇ ਜਿਹੜੇ ਕਹਿ ਸਕਦੇ ਆ ਸੇਵਾਦਾਰ ਨੇ, ਉਹ ਭਾਵੇਂ ਮੀਡੀਆ ਦੇ ਸਾਹਮਣੇ ਨਹੀਂ ਬੋਲਣ ਨੂੰ ਤਿਆਰ ਹੈਗੇ, ਪਰ ਸਾਡਾ ਸਵਾਲ ਇਹ ਆ ਕਿ ਅੰਮ੍ਰਿਤਪਾਲ ਆਖਰ ਦੇ ਵਿੱਚ ਪਹਿਲਾਂ ਹੀ ਪਹੁੰਚ ਚੁੱਕਾ ਸੀ ਜਾਂ ਤੋਂ ਬਾਅਦ, ਕਿਉਂਕਿ ਜਿਹੜੇ ਇੱਥੋਂ ਦੇ ਪਿੰਡ ਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ, ਕਿਉਂਕਿ ਇਹਨਾਂ ਦੇ ਵੱਲੋਂ ਇਹ ਉਸ ਟਾਈਮ ਅੰਦਰ ਬੈਠੇ ਹੋਏ ਸਰ। ਇਹ ਬਾਬਾ ਜੀ ਜਦੋਂ ਤੁਸੀਂ ਅੰਦਰ ਸੀ, ਮੈਂ ਸਵਾਲ ਇਹ ਆ ਕਿ ਜਦੋਂ ਤੁਸੀਂ ਜਦੋਂ ਤੁਸੀਂ ਅੰਦਰ ਸੀ, ਤੁਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ, ਤੁਸੀਂ ਕਿੰਨੇ ਵਜੇ ਪਹੁੰਚੇ ਤੇ ਅੰਮ੍ਰਿਤਪਾਲ ਕਿੰਨੇ ਵਜੇ ਉਹ 6:30 ਅੰਦਰ ਆ ਗਿਆ ਸੀਗਾ। ਤੁਸੀਂ ਕਦੇ 6 ਵਜੇ ਪਹਿਲੋਂ ਹਰ ਰੋਜ਼ ਹੀ ਮੱਥਾ ਟੇਕਣ ਆਉਂਦੇ ਆ ਨਾ। ਅੱਛਾ, ਕਦੇ 6 ਆ ਜਾਂਦੇ, ਕਦੇ ਪੌਣੇ 6 ਆ ਜਾਂਦੇ, ਕਦੇ 6:15 ਆ ਜਾਂਦੇ। ਸਾਡਾ ਤਾਂ ਕੰਮ ਹਰ ਰੋਜ਼ ਦਾ ਹੀ ਆ। ਹਾਂ, ਤੇ ਨਾਲ ਅੰਮ੍ਰਿਤਪਾਲ ਕੱਲਾ ਆਇਆ ਜਾਂ ਕੋਈ ਨਾਲ? ਨਹੀਂ, ਅੰਦਰ ਦਰਵਾਜ਼ਾ ਉਧਰ ਤਾਂ ਸਾਡੇ ਕੋਲ ਕੱਲਾ ਹੀ ਗਿਆ ਉੱਥੇ ਦਾ। ਕੋਈ ਹਥਿਆਰ ਵਗੈਰਾ ਹੈਗਾ? ਨਾ ਨਾ ਨਹੀਂ, ਸ੍ਰੀ ਸਾਹਿਬ ਦਾ ਤੁਹਾਨੂੰ ਪਤਾ ਪਾਇਆ ਹੀ ਹੁੰਦਾ ਉਹਦੇ। ਹਾਂ, ਬਸ ਚੋਲੇ ਦੇ ਵਿੱਚ ਸੀ ਜਾਂ ਪੈਂਟ ਸ਼ਰਟ? ਨਹੀਂ, ਚੋਲੇ 'ਚ ਫੋਟੋ ਆਈ ਜਾਂਦੇ ਤੁਹਾਨੂੰ, ਫੋਟੋ ਚੋਲੇ ਦੀ ਆਉਂਦੀ ਆ ਬਸ। ਫਿਰ ਪਰ ਅੰਦਰ ਸੰਗਤ ਕਿੰਨੀ ਹੋ ਗਈ? ਇਹ ਸੰਗਤ ਹਰ ਰੋਜ਼ ਆਉਂਦੇ ਮੱਥਾ ਟੇਕਣ ਨੂੰ, ਨਹੀਂ ਹੋਈ ਸੀ ਇਹਦਾ ਹੋਰ ਨਹੀਂ ਕੋਈ ਗੱਲਬਾਤ ਕੋਈ ਨਾ ਕੋਈ ਅੰਮ੍ਰਿਤਪਾਲ ਦੇ ਵੱਲੋਂ ਸੰਗਤ ਦੇ ਨਹੀਂ। ਉਹਦਾ ਅਰਦਾਸ ਬੇਨਤੀ ਹੁੰਦੀ ਹੈ, ਤੁਹਾਨੂੰ ਅਰਦਾਸ ਬੇਨਤੀ ਕਰਨੀ, ਜੋ ਗ੍ਰਿਫਤਾਰੀ ਕਹਿੰਦਾ ਮੈਂ ਦੇਣੀ, ਕਿ ਅਰਦਾਸ ਬੇਨਤੀ ਤਾਂ ਹੋਈ ਹੈ। ਹਾਂ, ਤੇ ਫਿਰ ਪੁਲਿਸ ਕਿਉਂ ਕਹਿ ਰਹੀ ਆ ਕਿ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਪੂਰਾ ਪਿੰਡ ਇਹ ਪੁਲਿਸ ਦੇ ਨਾਲ ਇਤਰਾਜ਼ ਕੀਤਾ ਗਿਆ ਗੁਰੂ ਸਾਹਿਬ ਦੀ ਮਰਿਆਦਾ ਨੂੰ ਵੇਖਦੇ ਹੋਇਆ, ਜਿਹੜੀ ਕਿ ਪੁਲਿਸ ਅੰਦਰ ਨਹੀਂ ਭੇਜੀ ਗਈ? ਨਹੀਂ, ਅੰਦਰ ਕੋਈ ਪੁਲਿਸ ਨਹੀਂ। ਕਿੰਨੀਆਂ ਗੱਡੀਆਂ ਆਈਆਂ ਸੀ? ਕੋਈ ਉਹ ਗੱਡੀਆਂ ਜਿਵੇਂ ਆ ਖੜੀਆਂ, 5-7 ਆ ਖੜੀਆਂ ਸੀ, 5-4 ਇੱਧਰ ਖੜੀਆਂ ਸੀ। ਕੋਈ ਮੱਥਾ ਟੇਕਣ ਵਾਲੇ ਵੀ ਆ ਜਾਂਦੇ, 2-4 ਗੱਡੀਆਂ ਖੜ ਜਾਂਦੀਆਂ। ਕੋਈ ਆਫੀਸਰ ਹੈਗੇ ਸੀ ਉਹਨਾਂ ਦੇ ਨਾਲ? ਜਾਂ ਸਾਰਾ ਵਜ ਗਿਆ ਸੀ ਸਰੀ 17 ਅੰਮ੍ਰਿਤਪਾਲ ਨੂੰ ਅੰਦਰੋਂ ਲੈ ਕੇ ਆਏ ਜਾਂ ਭਾਈ ਅੰਮ੍ਰਿਤਪਾਲ ਆ ਗਏ ਜੀ ਮੱਥਾ ਟੇਕਣ ਆਪ ਹੀ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ? ਵਾਪਸ ਉਹ ਗੱਡੀ 'ਚ ਬਹਿ ਗਿਆ, ਬਸ ਉਹ ਲੈ ਉਸ ਤੋਂ ਬਾਅਦ ਕੋਈ ਹਲਚਲ ਲੱਗੀ ਉਹਨਾਂ ਦੇ ਚਿਹਰੇ ਦੇ ਉੱਤੇ? ਕੋਈ ਹਲਚਲ ਨਹੀਂ। ਪਰ ਉਹਨਾਂ ਨੇ ਜਦੋਂ ਸੰਬੋਧਨ ਕੀਤਾ ਉੱਥੇ ਬਹਿ ਕੇ, ਕਹਿੰਦੇ ਸਟੇਜ ਦੇ ਉੱਤੇ ਸਪੀਚ ਕੀਤੀ 10 ਮਿੰਟ, ਕਹਿੰਦੇ ਸੰਗਤ ਨਾਲ ਗੱਲ ਨਹੀਂ, ਗੱਲਾਂ ਆਹੀ ਸੀ ਵੀ ਮਲਾ ਵੀ ਅੰਮ੍ਰਿਤ ਛਕੋ ਤੇ ਨਸ਼ਿਆਂ ਤੋਂ ਤਿਆਗ ਕਰੋ ਬਸ। ਕੋਈ ਗੱਲ ਹੋਰ ਕੋਈ ਕੀਤੀ ਸੀ ਉਹਨਾਂ ਦੇ ਨਾਲ, ਜਿੱਦਾਂ ਪਹਿਲਾਂ ਸਟੇਟ ਦੇ ਉੱਪਰ ਐਲਾਨ ਕਰ ਦਿੰਦੇ ਸੀ ਕਿ ਸਾਨੂੰ ਸਿਰ ਦੇਣ ਦੀ ਲੋੜ ਆ, ਖਾਲਸਾ ਚਾਹੀਦਾ? ਨਹੀਂ, ਕੋਈ ਗੱਲ ਨਹੀਂ ਕੀਤੀ। ਅੱਛਾ, ਨਹੀਂ, ਕੋਈ ਗੱਲ ਨਹੀਂ, ਉਹ ਵੀ ਤੁਹਾਡੇ ਕੋਲੇ ਆ ਹੀ ਜਾਣੀ ਆ। ਨਹੀਂ ਲੱਗਦਾ ਤੁਸੀਂ ਤਾਂ ਅੰਦਰ ਸੀ ਉਸ? ਹਾਂ, ਨਹੀਂ, ਠੀਕ ਹੈ, ਕੋਈ ਗੱਲ ਨਹੀਂ ਕੀਤੀ ਉਹ ਜੀ, ਸਿਰਾ ਕੋਈ ਗੱਲ ਨਹੀਂ, ਤਾਂ ਬਸ ਹੋ ਗਿਆ, ਠੀਕ ਹੈ ਨਾ। ਪਰ ਇੱਕ ਚੀਜ਼ ਹੋਰ ਹੈਗੀ ਆ, ਮੇਰਾ ਸਵਾਲ ਇਹ ਹੈ ਕਿ 35-36 ਦਿਨ ਜਾਂ ਇੱਥੇ ਰਹੇ ਆ ਜਾਂ ਕਿਤੇ ਹੋਰ ਰਹੇ ਆ, ਕਿਉਂਕਿ ਵੀਡੀਓ ਤੇ ਬਹੁਤ ਵਾਇਰਲ ਹੋਈ। ਪਾਣੀ ਵੇਖਿਆਗਾ ਆਪਾਂ ਤਾਂ ਅੱਜ ਵੇਖਿਆ, ਉਹ ਵੀ ਅੰਦਰ ਮੱਥਾ ਟੇਕਣ ਗਏ ਸੀ ਤੇ ਉਹ ਅੰਦਰ ਮੱਥਾ ਟੇਕਣ ਜਾ ਵੜਿਆ। ਗੁਰਦੁਆਰੇ ਜਿਹੜੇ ਸੇਵਾਦਾਰ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ? ਨਹੀਂ, ਉਹ ਨਹੀਂ। ਜ਼ਾਹਿਰ ਤੌਰ ਤੇ ਜੋ ਸੰਗਤ ਹੈ ਉਹ ਆਪਣੀ ਜਾਣਕਾਰੀ ਇੱਥੇ ਦੱਸ ਰਹੀ ਹੈ। ਸੰਗਤ ਦਾ ਕਹਿਣਾ ਹੈ ਕਿ ਅੱਜ ਸਵੇਰੇ 6:30 ਵਜੇ ਹੀ ਅੰਮ੍ਰਿਤਪਾਲ ਨੂੰ ਇੱਥੇ ਦੇਖਿਆ ਸੀਗਾ, ਅੰਮ੍ਰਿਤਪਾਲ ਇੱਥੇ ਆਇਆ ਸੀਗਾ ਔਰ ਉਸ ਤੋਂ ਬਾਅਦ ਅੰਮ੍ਰਿਤਪਾਲ ਮੱਥਾ ਟੇਕ ਕੇ ਚਲਾ ਜਾਂਦਾ ਹੈ। ਔਰ ਪੁਲਿਸ ਦਾ ਇਹ ਕਹਿਣਾ ਹੈ ਕਿ 6:45 ਵਜੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਲਿਵਿੰਗ ਇੰਡੀਆ ਨਿਊਜ਼ ਦੇ ਵੱਲੋਂ ਦਿੱਤੀ ਗਈ ਔਰ ਹਰ ਜਾਣਕਾਰੀ ਇਸ ਖਬਰ ਤੇ ਤੁਹਾਡੇ ਨਾਲ ਸਾਂਝਾ ਕਰ ਰਿਹਾ, ਕਿਵੇਂ ਗਰਾਊਂਡ ਜ਼ੀਰੋ ਤੇ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਉਤਰੀ ਹੋਈ ਹੈ ਔਰ ਹਰ ਜਾਣਕਾਰੀ, ਹਰ ਫੈਕਟ ਤੁਹਾਡੇ ਤੱਕ ਪਹੁੰਚਾ ਰਿਹਾ ਕਿ गिरफ्तारी आज अमृतपाल दी हो चुकी है। पर की ये गिरफ्तारी है कि ये प्रेशर सी या पुलिस ਲਈ ਤਾਂ ਚੁਣੌਤੀ ਸੀ, ਕਿਉਂਕਿ ਅਮਰਿਤਪਾਲ ਪੁਲਿਸ ਲਈ ਇੱਕ ਵੱਡੀ ਸਰਦਰਦੀ ਬਣ ਚੁੱਕਾ ਸੀਗਾ। 35 ਦਿਨਾਂ ਤੋਂ ਅਮਰਿਤਪਾਲ ਦੀ ਭਾਲ ਪੁਲਿਸ ਕਰ ਰਹੀ ਸੀ, ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਹੋ ਰਹੀ ਸੀ। ਪੰਜਾਬ ਤੋਂ ਇਲਾਵਾ ਵੱਖ-ਵੱਖ ਹੋਰ ਸੂਬਿਆਂ ਦੇ ਵਿੱਚ, ਰਾਜਸਥਾਨ ਵਿੱਚ, ਹਰਿਆਣਾ ਵਿੱਚ, यूपी ਦੇ ਵਿੱਚ ਵੀ ਸਰਚ ਆਪਰੇਸ਼ਨ ਅਮਰਿਤਪਾਲ ਨੂੰ ਲੈ ਕੇ ਚਲਾਇਆ ਜਾ ਰਿਹਾ ਸੀ। ਔਰ ਅੱਜ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰੀ ਹੁੰਦੀ ਹੈ, ਜੋ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੱਦੀ ਪਿੰਡ ਹੈ ਔਰ ਇਸ ਪਿੰਡ ਵਿੱਚ ਹੀ 29 ਸਤੰਬਰ 2022 ਨੂੰ ਦਸਤਾਰਬੰਦੀ ਹੁੰਦੀ ਹੈ ਅਮਰਿਤਪਾਲ ਦੀ। ਜਦੋਂ ਦੁਬਈ ਤੋਂ ਅਮਰਿਤਪਾਲ ਪੰਜਾਬ ਆਉਂਦਾ ਹੈ ਔਰ ਦਸਤਾਰਬੰਦੀ ਤੋਂ ਬਾਅਦ ਉਸ ਨੂੰ ਅਮਰਿਤਪਾਲ ਨੂੰ ਵਾਰਿਸ ਪੰਜਾਬ ਦਾ ਮੁਖੀ ਐਲਾਨਿਆ ਜਾਂਦਾ ਔਰ ਉਸ ਤੋਂ ਬਾਅਦ ਤੋਂ ਹੀ ਕਾਫੀ ਐਕਟਿਵ ਅਮਰਿਤਪਾਲ ਨਜ਼ਰ ਆ ਰਹੇ ਸੀ। ਲੇਕਿਨ ਅਮਰਿਤਪਾਲ ਨਾਲ ਜੁੜਿਆ ਇੰਨਾ ਜ਼ਿਆਦਾ ਵਿਵਾਦ ਕਿਵੇਂ ਵੱਧ ਗਿਆ ਇਹ ਵੀ ਦੱਸਦੇ ਤੁਹਾਨੂੰ, ਕਿਉਂਕਿ ਫਰਵਰੀ ਮਹੀਨੇ ਵਿੱਚ ਅਜਨਾਲਾ ਹਿੰਸਾ ਕਾਂਡ ਹੁੰਦਾ ਹੈ ਔਰ ਉਸ ਹਿੰਸਾ ਕਾਂਡ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਸਵਾਲ ਅਮਰਿਤਪਾਲ ਤੇ ਚੁੱਕੇ, ਸਰਕਾਰ ਨੂੰ ਮੰਗ ਕੀਤੀ ਕਿ ਅਮਰਿਤਪਾਲ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਇੱਥੋਂ ਤੱਕ ਕਿ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ। ਉਸ ਮਹੀਨੇ ਵਿੱਚ ਸੀਐਮ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੁੰਦੀ ਹੈ। ਅਮਿਤ ਸ਼ਾਹ ਦੇ ਵੱਲੋਂ ਵੀ ਪੰਜਾਬ ਸਰਕਾਰ ਤੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਬਕਾਇਦਾ NIA ਨੂੰ ਇਹ ਜਾਂਚ ਸੌਂਪਣ ਦੀ ਵੀ ਮੰਗ ਉੱਠਦੀ ਹੈ ਔਰ ਇਸ ਵਿਚਾਲੇ ਜਦੋਂ ਅਮਰਿਤਪਾਲ ਦੀ ਅੱਜ ਗ੍ਰਿਫਤਾਰੀ ਹੁੰਦੀ ਹੈ ਔਰ ਉਸ ਤੋਂ ਇੱਕ ਦਿਨ ਪਹਿਲਾਂ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਜੋ ਖਾਲਿਸਤਾਨ ਦਾ ਜ਼ਿਕਰ ਕਰਦੇ ਨੇ
ਉਹ ਹੋਰ ਨਹੀਂ ਹੋਵੇਗਾ ਔਰ ਜੋ ਵੀ ਭਾਰਤ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦੇ ਖਿਲਾਫ ਅਸੀਂ ਡਟ ਕੇ ਕਾਰਵਾਈ ਕਰਾਂਗੇ ਔਰ ਅਜਿਹਾ ਨਹੀਂ ਹੋਣ ਦਿੱਤਾ ਜਾਏਗਾ, ਮਾਹੌਲ ਖਰਾਬ ਨਹੀਂ ਹੋਵੇਗਾ। ਔਰ ਇਹ ਉਹ ਤਸਵੀਰ ਹੈ ਜਦੋਂ ਅੱਜ गिरफ्तारी हुई है अमृतपाल की। सब तो पहली तस्वीर जो सामने आई है कि अमृतपाल की गिरफ्तारी हो चुकी है, तो यही तस्वीर सामने आई है। अपने उही लिबास दे विच अमृतपाल नजर आया जिस विच अक्सर अमृतपाल नूं पहला देखा जाता सी, लेकिन जो सीसीटीवी तस्वीरां सामने आईयां ने 18 मार्च तो लैके 22 अप्रैल दे विचकार तक दियां, उस विच एक वखरा लुक, एक वखरा गैटअप हर तस्वीर विच अमृतपाल दा नजर आ रहा है। तो अमृतपाल किवें गिरफ्तार होया इस बारे जानकारी दे रहा सवेरे 6:45 बजे 6:45 ते अमृतपाल की गिरफ्तारी हुंदी है। मोगा दे रोडे पिंड तो पुलिस गिरफ्तार करती है और रोडे पिंड नूं पुलिस वालों घेरा पाया जाता है, जिस तो बाद अमृतपाल की गिरफ्तारी हुंदी है। पुलिस का कहना है कि पुलिस नूं पहलां तो ही इनपुट सी कि अमृतपाल इत्थे पहुंचिया होया है, जिस तो बाद पूरे पिंड की घेराबंदी की जाती है। अमृतपाल चारे पासियों घिर चुका सीगा, जिस तो बाद अमृतपाल की गिरफ्तारी की गई है। पुलिस ने अमृतपाल को गिरफ्तार किया है। आईजी सुखचैन सिंह गिल दावा कर रहे हैं, जबकि वीडियो एक सामने आई है जिस विच अमृतपाल संगत को संबोधन करता हुआ नजर आ रहा है। पुलिस ने यह भी कहा कि इंटैलीजेंस विंग नाल मिलकर साझा ऑपरेशन अमृतसर पुलिस वालों चलाया गया सीगा ते इनपुट के आधार पर अमृतपाल की गिरफ्तारी हुई है। गिरफ्तारी तो बाद अमृतपाल को डिब्रूगढ़ जेल भेजा गया है। तो अमृतपाल किवें गिरफ्तार होया, 35 दिनों बाद अमृतपाल की गिरफ्तारी हुई है। अमृतपाल की गिरफ्तारी हुंदी है मोगा के पिंड रोडे तो, जो कि जरनैल सिंह पिंडरावाले का जद्दी पिंड है और इत्थे ही दस्तारबंदी हुई सी अमृतपाल की। मनजिंदर लगातार ग्राउंड जीरो तो बने हुए ने, तो मनजिंदर जाहिर तौर पर संगत इत्थे पहुंच रही है और संगत दे एक मन विच डर भी बनया होया है, क्योंकि अमृतपाल नूं लैके जद भी कोई बयानबाजी हुई है तो पुलिस वालों उन्हां लोकां ते भी अगे पहला कार्रवाई की गई है और यही कारण हो सकता है कि पिंड के लोग कोई भी सही जानकारी, कोई भी सटीक जानकारी खुल के अपनी गल मीडिया सामने नहीं रख रहे। मनजिंदर आवाज पहुंच रही है मेरी ਤੁਹਾਡੇ तक? जी बिल्कुल जी, जे वेखा जाए तस्वीरों के विच पिंड वासी नाल असीं गलबात करन दी जरूर कोशिश कर रहे हैं, पर खुल के कोई भी नहीं बोल रहा जी। तो खुल के पिंड वासी गल नहीं कर रहे, सीधे तौर पर देखा जा सकता है, लेकिन पिंड दे विच जे माहौल की गल की जाए तो लोगों का कहना है कि इत्थे आम रोजाना जिवें संगत दरबार साहब इत्थे पहुंचती है, गुरु घर पहुंचती है नतमस्तक होने के लिए, उस तरह संगत इत्थे पहुंची हुई सी। ते 6:30 बजे अमृतपाल आउंदा है और अमृतपाल मत्था टेक के उस तो बाद चला जाता है, गड्डी विच बैठदा ते चला जाता है। ये संगत का कहना है। जसबीर रोडे जो कि साबका जथेदार ने अकाल तख्त साहब दे, उन्हां दा कहना है कि मैनूं देर रात जानकारी मिलती है, जिस तो बाद मैं 4 बजे इत्थे पहुंचदा ते मेरे तो पहला अमृतपाल मौजूद हुंदा। उसने पाठ भी किया और उसने संबोधन किया ते आत्म समर्पण किया और अमृतपाल दी असीं तस्वीरां भी देखिया, वीडियो भी देखिया। अमृतपाल संबोधन करदा होया संगत नूं नजर आया, अमृतपाल पाठ करदा होया तस्वीरां दे विच नजर आया। तो अमृतपाल की गिरफ्तारी हो चुकी है। अमृतपाल नूं डिब्रूगढ़ जेल शिफ्ट किया गया है, लेकिन अमृतपाल की गिरफ्तारी, आत्म समर्पण ये जरूर जांच का विषय है, क्योंकि जिस तरह के नाल काफ़ी वड्डी चुनौती अमृतपाल पुलिस लिए बनया होया सी। हाई कोर्ट ने भी पंजाब पुलिस को फटकार लगाई सी, उत्थे पुलिस वालों परिवारक मैंबरां ते की जा रही कार्रवाई भी किते ना किते दबाव अमृतपाल ते बनन का एक कारण हो सकता है कि अमृतपाल वालों आत्म समर्पण किया गया हो। अमृतपाल के ठिकाने भी लगातार दस रहा, अमृतसर भी पहुंचा, तलवंडी साबो, हुशियारपुर, सानेवाल का भी जिक्र होया। यह भी कहा गया सीगा कि गिरफ्तारी अमृतपाल की होगी या फिर अमृतपाल तलवंडी साबो विच आत्म समर्पण कर सकता है और श्री अकाल तख्त साहब जाके अमृतपाल आत्म समर्पण कर सकते हैं। और उस समय भी काफ़ी चौकसी पंजाब दे विच वधाई गई सी, खास तौर पर अमृतसर दे विच सुरक्षा का सख्त पैरा नजर आया सीगा। लेकिन हुण अमृतपाल पुलिस की गिरफ्त विच है और पुलिस वालों अमृतपाल नूं डिब्रूगढ़ जेल शिफ्ट किया गया। अमृतपाल ते NSA लग्या होया, सब तो सख्त कानून देश का नैशनल सिक्योरिटी एक्ट, और ये एक्ट, ये कानून उदों अप्लाई हुंदा है, किसी ते लाया जाता है जदों किसी भी व्यक्ति तो देश नूं, देश की सुरक्षा नूं खतरा होवे। तो अमृतपाल सने 9 साथी हुण डिब्रूगढ़ जेल दे विच बंद ने, जिन्हां ते NSA तहत कार्रवाई पुलिस वालों की जा रही है और हुण बहुत खुलासे होणगे
ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣਗੇ, ਕਿਉਂਕਿ ਅੰਮ੍ਰਿਤਪਾਲ ਦੇ ਖਾਲਿਸਤਾਨ ਰਾਜ ਮਾਡਲ ਨੂੰ ਲੈ ਕੇ ਕਈ ਹੁਣ ਤੱਕ ਗੱਲਾਂ ਸਾਹਮਣੇ ਆ ਚੁੱਕੀਆਂ ਨੇ। ਖਾਸ ਤੌਰ ਤੇ ਉਦੋਂ ਜਦੋਂ ਗੋਰਖਾ ਬਾਬਾ ਦੀ ਗ੍ਰਿਫਤਾਰੀ ਹੁੰਦੀ ਹੈ, ਉਸਦੇ ਫੋਨ 'ਚੋਂ ਵੀਡੀਓ ਤੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਖਾਲਿਸਤਾਨ ਰਾਜ ਨੂੰ ਲੈ ਕੇ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ, ਕਿਵੇਂ ਇੱਕ ਨਵੀਂ ਜੋ ਕਰੰਸੀ ਹੈ ਜਾਂ ਫਿਰ ਇੱਕ ਨਵੀਂ ਜੋ ਝੰਡੇ ਦੀ ਇੱਥੇ ਗੱਲ ਹੁੰਦੀ ਹੈ ਤਾਂ ਉੱਥੇ ਜ਼ਿਕਰ ਹੋਇਆ ਸੀਗਾ ਨਾ तमाम ਚੀਜ਼ਾਂ ਦਾ, ਹਥਿਆਰਾਂ ਦਾ ਜ਼ਿਕਰ ਹੋਇਆ ਸੀ। ਔਰ ਇਹ ਇੱਕ ਡਿਬਰੂਗੜ੍ਹ ਦੇ 에ਅਰਪੋਰਟ ਦੀ ਤਸਵੀਰਾਂ ਦਿਖਾ ਰਿਹਾ, ਕਿਉਂਕਿ ਇੱਥੇ ਪੁਲਿਸ ਪਹੁੰਚੇਗੀ ਅੰਮ੍ਰਿਤਪਾਲ ਨੂੰ ਲੈ ਕੇ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇਗਾ। ਤਾਂ ਇਹ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਡਿਬਰੂਗੜ੍ਹ 에ਅਰਪੋਰਟ ਦੀ ਤਸਵੀਰਾਂ ਸਾਹਮਣੇ ਆਈਆਂ ਨੇ, ਕਿਉਂਕਿ ਇਸੇ 에ਅਰਪੋਰਟ ਤੋਂ ਅੰਮ੍ਰਿਤਪਾਲ ਨੂੰ ਹੁਣ ਲੈ ਜਾਇਆ ਜਾਵੇਗਾ ਤੇ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ। ਔਰ ਇਹ ਤਸਵੀਰਾਂ ਲਿਵਿੰਗ ਇੰਡੀਆ ਨਿਊਜ਼ ਤੇ ਦਰਸ਼ਕ ਦੇਖ ਰਹੇ ਨੇ, ਔਰ ਹੋਰ ਤਸਵੀਰਾਂ ਵੀ ਅਸੀਂ ਦਿਖਾ ਰਹੇ ਦਰਸ਼ਕਾਂ ਨੂੰ ਕਿ ਕਿਵੇਂ ਇੱਥੇ ਪੁਲਿਸ ਦੇ ਸਖਤ ਪਹਿਰੇ ਹੇਠ ਪੁਲਿਸ ਜੋ ਦਾਅਵਾ ਕਰ ਰਹੀ ਹੈ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੁੰਦੀ ਹੈ। ਔਰ ਗ੍ਰਿਫਤਾਰੀ ਤੋਂ ਬਾਅਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਆਪਣੇ ਉਹੀ ਚੋਲਾ ਪਾਇਆ ਹੋਇਆ ਅੰਮ੍ਰਿਤ ਨੇ, ਉਹੀ ਅਵਤਾਰ ਦੇ ਵਿੱਚ, ਉਹੀ ਲੁੱਕ ਦੇ ਵਿੱਚ ਅੰਮ੍ਰਿਤਪਾਲ ਨਜ਼ਰ ਆਇਆ। ਜਦੋਂ ਤੋਂ ਅੰਮ੍ਰਿਤਪਾਲ ਨੇ ਵਾਰਿਸ ਪੰਜਾਬ ਦੇ ਮੁਖੀ ਦਾ ਜੋ ਅਹੁਦਾ ਸੰਭਾਲਿਆ ਸੀਗਾ, ਉਸ ਤੋਂ ਬਾਅਦ ਕਾਫੀ ਐਕਟਿਵ ਨਜ਼ਰ ਆਏ ਸੀਗੇ। ਔਰ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਦੇ ਹੋਏ, ਨਤਮਸਤਕ ਹੁੰਦੇ ਹੋਏ, ਸੰਬੋਧਨ ਕਰਦੇ ਹੋਏ ਦੀ ਤਸਵੀਰਾਂ ਵੀ ਦਿਖਾ ਰਿਹਾ ਤੇ ਇੱਕ ਡਿਬਰੂਗੜ੍ਹ 에ਅਰਪੋਰਟ ਦੀਆਂ ਤਸਵੀਰਾਂ ਵੀ ਦਿਖਾ ਰਿਹਾ, ਕਿਉਂਕਿ ਇਸੇ 에ਅਰਪੋਰਟ ਤੇ ਹੁਣ ਫਲਾਈਟ ਲੈਂਡ ਹੋਵੇਗੀ। ਸਪੈਸ਼ਲ ਫਲਾਈਟ ਦੇ ਜ਼ਰੀਏ ਪੁਲਿਸ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਲੈ ਕੇ ਪਹੁੰਚ ਰਹੀ ਹੈ ਔਰ ਇਸ 에ਅਰਪੋਰਟ ਤੋਂ ਹੀ ਅੱਗੇ ਬਾਈ ਰੋਡ ਜਿਹੜਾ ਕਾਫਿਲਾ ਹੈ ਉਹ ਜੇਲ੍ਹ ਤੱਕ ਪਹੁੰਚੇਗਾ ਔਰ ਜੇਲ੍ਹ ਵਿੱਚ ਅੰਮ੍ਰਿਤਪਾਲ ਨੂੰ ਬੰਦ ਕੀਤਾ ਜਾਵੇਗਾ, ਜਿੱਥੇ ਉਸਦੇ ਪਹਿਲਾਂ ਹੀ 9 ਸਾਥੀ ਬੰਦ ਨੇ। ਚਾਹੇ ਦਲਜੀਤ ਕਲਸੀ ਹੋਵੇ, ਪ੍ਰਧਾਨ ਮੰਤਰੀ ਬਾਜੇਕੇ ਹੋਵੇ, ਹਰਜੀਤ ਸਿੰਘ ਹੋਵੇ, ਪੱਪਲਪ੍ਰੀਤ ਹੋਵੇ, ਕੁਲਵੰਤ ਸਿੰਘ ਹੋਵੇ, ਬਸੰਤ ਸਿੰਘ ਹੋਵੇ, ਇਹ ਸਾਰੇ ਸਾਥੀ ਜੇਲ੍ਹ ਦੇ ਵਿੱਚ ਬੰਦ ਨੇ। ਤਾਂ ਅੰਮ੍ਰਿਤਪਾਲ गिरफ्तार हो चुके हैं और थोड़ी देर ਵਿੱਚ डिब्रूगढ़ जेल ਉਹ शिफ्ट ਹੋਵੇਗਾ, क्योंकि डिब्रूगढ़ एयरपोर्ट ਤੇ ਅੰਮ੍ਰਿਤਪਾਲ ਪਹੁੰਚੇਗਾ और पुलिस ਉਸ ਨੂੰ जेल ਵਿੱਚ ਬੰਦ ਕਰੇਗੀ।